ਦੋਹਰਾ ਸੁਨ ਸਤ ਗੁਰ ਕੇ ਵਾਕ ਵਰ, ਕਿਰਪਾ ਸਨੇ ਰਸ ਸਾਥ। ਨਮੋ ਕਰੀ ਤੈ ਸਮੋਠ, ਚੱਲਿਓ ਨਿਕਟ ਗਿਰਨਾਥ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਸੁਲਤਾਨ ਕਹਾ ਹੋ ਮੀਆਂ, ਤੇਰੀ ਕਵਨ ਵਡਾਈ। ਜੋ ਤੂੰ ਦੇਹ ਸੋ ਕਹਾ ਸੁਆਮੀ, ਮੈਂ ਮੂਰਖ ਕਹਿਣ ਨ ਜਾਈ। ਤੇਰੇ ਗੁਣ ਗਾਵਾਂ ਦੇਹ 부ਝਾਈ, ਜੈਸੇ ਸੱਚ ਮੈਂ ਰਹੂੰ ਰਜਾਈ। ਪਾਕ ਪਰਵਰਦਗਾਰ ਦਸਾਂ ਪਾਤਸ਼ਾਹੀਆਂ ਦੀ ਆਤਮਕ ਜਾਗਦੀ ਜੋਤ, ਹਾਜ਼ਰਾ ਹਜੂਰ ਜਹਰਾ ਜਹੂਰ ਸਰਬ ਕਲਾ ਭਰਪੂਰ। ਚਵਰ ਛਤਰ ਤਖਤ ਦੇ ਮਾਲਕ, ਆਦਿ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨ ਕਮਲਾਂ 'ਚ ਹਾਜ਼ਰੀਆਂ ਭਰ ਰਹੇ ਗੁਰੂ ਸਵਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਧੰਤਾ ਦੇ ਪਾਤਰ ਹੋ। ਨਤਾ ਪ੍ਰਤੀ ਗੁਰੂ ਚਰਨਾਂ 'ਚ ਜੁੜ ਕੇ ਸਾਹਿਬੇ ਕਮਾਲ ਪੰਥ ਦੇ ਵਾਲੀ, ਚਿੱਟਿਆਂ ਬਾਜਾਂ ਵਾਲੇ ਸ਼ਮਸ਼ੇਰੇ ਬਹਾਦਰ ਦੇ ਗੁਰ ਤੇਗ ਕੇ ਧਨੀ ਸਤਿਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦਾ ਪਾਵਨ ਪਵਿੱਤਰ ਇਤਿਹਾਸ, ਸਤਿਗੁਰਾਂ ਦੇ ਇਤਿਹਾਸ ਦੀ ਚੱਲ ਰਹੀ ਲੜੀਵਾਰ ਕਥਾ ਆਪ ਜੀ ਬਹੁਤ ਹੀ ਅਦਬ ਸਤਿਕਾਰ ਤੇ ਸ਼ਰਧਾ ਸਹਿਤ ਸਰਵਣ ਕਰ ਰਹੇ ਹੋ। ਕਲਗੀਧਰ ਸਵਾਮੀ ਜੀ ਦੇ ਪਾਸ ਰਾਜੇ ਭੀਮ ਚੰਦ ਦਾ ਵਜ਼ੀਰ ਆਇਆ ਹੈ। ਸਤਿਗੁਰਾਂ ਨੂੰ ਸਨਮਰ ਬੇਨਤੀ ਕੀਤੀ, ਮਹਾਰਾਜ ਰਾਜਾ ਭੀਮ ਚੰਦ ਆਪਣੀ ਗਲਤੀ ਤੇ ਪਛਤਾਉਂਦਾ ਹੈ। ਉਹਦੇ ਮਨ ਵਿੱਚ ਪਛਤਾਵੇ ਦੀ ਬਿਰਤੀ ਹੈ। ਆਪ ਜੀ ਦਾ ਗੁਆਂਢੀ ਹੈ। ਮਹਾਰਾਜ ਉਹ ਆਪ ਜੀ ਦੇ ਦਰਸ਼ਨ ਕਰਨਾ ਚਾਹੁੰਦਾ ਹੈ। ਆਪ ਜੀ ਪਾਸ ਆ ਕੇ ਆਪਣੀ ਗਲਤੀ ਦੀ ਖਿਮਾ ਯਾਚਨਾ ਕਰਨਾ ਚਾਹੁੰਦਾ। ਸਤਿਗੁਰੂ ਜੀ ਕਿਰਪਾ ਕਰੋ, ਆਪਣੀ ਸਵੱਲੀ ਦ੍ਰਿਸ਼ਟੀ ਕਰੋ। ਕਲਗੀਧਰ ਜੀ ਨੇ ਬਚਨ ਕੀਤਾ, ਵਜ਼ੀਰ ਸਾਹਿਬ ਗੁਰੂ ਘਰ ਸ਼ੀਸ਼ਾ ਹੈ, ਜਿਹੋ ਜੀ ਦ੍ਰਿਸ਼ਟੀ ਲੈ ਕੇ ਵੇਖੋਗੇ ਤੈਸਾ ਚਿਹਰਾ ਨਜ਼ਰ ਆਵੇਗਾ। ਭੀਮ ਚੰਦ ਜੇ ਵਿਰੋਧਾਭਾਸ ਦੀ ਬਿਰਤੀ ਲੈ ਕੇ ਆਵੇਗਾ ਤੈਸਾ ਦਿਸੇਗਾ, ਮਿੱਤਰਤਾ ਭਾਵ ਲੈ ਕੇ ਆਵੇਗਾ ਤਾਂ ਤੈਸਾ ਦਿਸੇਗਾ। ਸਤਿਗੁਰਾਂ ਦਾ ਘਰ ਨਿਰਵੈਰ ਹੈ, ਇਹ ਕਿਸੇ ਨਾਲ ਵੈਰ ਨਹੀਂ ਰਚਦਾ। ਸਤਿਗੁਰੂ ਜੀ ਨਿਰਵੈਰ ਨੇ। ਇਸ ਗੱਲ ਦੀ ਵਜ਼ੀਰ ਨੂੰ ਖੁਸ਼ੀ ਹੋਈ, ਤਸੱਲੀ ਹੋਈ ਕਿ ਸਤਿਗੁਰੂ ਜੀ ਨੇ ਹਾਮੀ ਭਰੀ ਹੈ, ਰਾਜੇ ਭੀਮ ਚੰਦ ਨੂੰ ਦਰਸ਼ਨ ਦੇਣ ਲਈ ਤਿਆਰ ਨੇ। ਵਜ਼ੀਰ ਸਤਿਗੁਰਾਂ ਕੋਲੋਂ ਵਿਦਾ ਹੋ ਕੇ ਵਾਪਸ ਗਿਆ। ਆਓ ਮਨ ਬਿਰਤੀਆਂ ਇਕਾਗਰ ਕਰਕੇ ਸਾਹਿਬੇ ਕਮਾਲ ਗੁਰੂ ਕਲਗੀਧਰ ਪਾਤਸ਼ਾਹ, ਅਗਰ ਨਾ ਹੋਤੇ ਗੁਰੂ ਗੋਬਿੰਦ ਸਿੰਘ तो सुन्नत होती सब की। छाए जाती एकता अनेकता बिलाए जाती, होवती कुचीलता कतेवन कुरान की। पाप ही प्रपक जाते धर्म तसक जाते, वर्ण गर्क जाते साहित विधान की। देव देहरे संतोख सिंह दूर होते, रीत मिट जाती कथा भेदन पुराण की। श्री गुरु गोबिंद सिंह पावन परम सूर, मूरत न होती जो पै करुणा निधान की। ऐसे दीन दयाल सतगुरु तिन्हां दे पावन चरनां दा ध्यान अपने ਹਿਰਦਿਆਂ ਵਿੱਚ ਧਾਰਨ ਕਰੀਏ।
ਸਰੀਰ ਕਰਕੇ ਜਿੱਥੇ ਹਾਜ਼ਰੀਆਂ ਭਰ ਰਹੇ ਹਾਂ, ਉੱਥੇ ਨਾਲ ਆਪਣੀਆਂ ਸੁਰਤੀਆਂ ਦੀ ਹਾਜ਼ਰੀ ਵੀ ਗੁਰੂ ਚਰਨਾਂ 'ਚ ਲਵਾਈਏ। ਸੁਰਤ ਦੀ ਹਾਜ਼ਰੀ ਗੁਰੂ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨਾਂ 'ਚ ਲਵਾਉਂਦਿਆਂ ਸਮੂਹ ਮਾਈ ਭਾਈ ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸੁਨ ਸਤ ਗੁਰ ਕੇ ਵਾਕ ਵਰ, ਕਿਰਪਾ ਸਨੇ ਰਸ ਸਾਥ। ਰਾਜੇ ਭੀਮ ਚੰਦ ਦੇ ਵਜ਼ੀਰ ਨੇ ਸਤਿਗੁਰੂ ਕਲਗੀਧਰ ਜੀ ਦੇ ਮਹਾਵਾਕ ਸਤਿਗੁਰਾਂ ਦੇ ਪਵਿੱਤਰ ਬਚਨ ਸੁਣੇ ਨੇ। ਐਸੇ ਪਵਿੱਤਰ ਬਚਨ ਜਿਨ੍ਹਾਂ ਵਿੱਚ ਕਰੁਣਾ ਹੈ, ਜਿਨ੍ਹਾਂ ਵਿੱਚ ਕਿਰਪਾ ਹੈ। ਕਿਰਪਾ ਭਰੇ ਰਸੀਲੇ ਬੈਨ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦੇ ਉਚਾਰਨ ਕੀਤੇ ਹੋਏ ਵਜ਼ੀਰ ਨੇ ਸੁਣੇ ਹਨ। ਨਮੋ ਕਰੀ ਤਹਿ ਸਮੋ, ਉੱਠ ਚੱਲਿਓ ਨਿਕਟ ਗਿਰਨਾਥ। ਵਜ਼ੀਰ ਨੇ ਸਤਿਗੁਰਾਂ ਦੇ ਚਰਨਾਂ ਵਿੱਚ ਨਮਸਕਾਰ ਕੀਤੀ ਹੈ, ਵੰਦਨਾ ਕੀਤੀ ਹੈ ਔਰ ਸਤਿਗੁਰਾਂ ਕੋਲੋਂ ਵਿਦਾ ਹੋ ਕੇ ਆਪਣੇ ਰਾਜੇ ਪਹਾੜੀ ਰਾਜੇ ਭੀਮ ਚੰਦ ਵੱਲ ਚੱਲਿਆ ਹੈ। ਕਬਿਤ ਬਾਜ ਪੈ ਅਰੂੜ ਕਰ ਜਾਨ ਗਤ ਗੂੜ ਉਰ। ਬਾਜ ਨਾਮ ਹੁੰਦਾ ਘੋੜੇ ਦਾ। ਘੋੜੇ ਦੇ ਉੱਤੇ ਸਵਾਰ ਹੋਇਆ ਵਜ਼ੀਰ ਸਤਿਗੁਰੂ ਜੀ ਦੀ ਗੂੜ ਗਤ ਨੂੰ ਵਜ਼ੀਰ ਨੇ ਆਪਣੇ ਹਿਰਦੇ 'ਚ ਅਨੁਭਵ ਕੀਤਾ ਕਿ ਸਤਿਗੁਰੂ ਜੀ ਬੜੀ ਗੁੱਝੀ ਰਮਜ ਦੇ ਮਾਲਕ ਨੇ। ਸਤਿਗੁਰਾਂ ਦੀਆਂ ਗੁੱਝੀਆਂ ਰਮਜਾਂ ਆਮ ਸਧਾਰਨ ਵਿਅਕਤੀ ਤਾਂ ਕੀ, ਕੋਈ ਖਾਸ ਵਿਅਕਤੀ ਵੀ ਨਹੀਂ ਸਮਝ ਸਕਦਾ। ਜਿਸ ਨੂੰ ਸਤਿਗੁਰੂ ਜੀ ਜਿੰਨਾ ਕੁ ਜਣਾਉਂਦੇ ਨੇ ਓਨਾ ਕੀ ਜਾਣਦਾ ਸਤਿਗੁਰਾਂ ਬਾਰੇ। ਸੰਪੂਰਨ ਰੂਪ ਵਿੱਚ ਗੁਰੂ ਪਾਤਸ਼ਾਹ ਜੀ ਦੀ ਗੂੰਜੀ ਰਮਜ ਨੂੰ, ਡੂੰਘੀ ਰਮਜ ਨੂੰ ਨਹੀਂ ਜਾਣ ਸਕਦਾ ਕੋਈ। ਪਰ ਜਿੰਨਾ ਕਿਸ ਵਜ਼ੀਰ ਨੂੰ ਮਹਾਰਾਜ ਜੀ ਨੇ ਜਣਾਇਆ ਹੈ, ਓਨੀ ਕੁ ਗੂੜ ਗਤ ਸਤਿਗੁਰਾਂ ਦੀ ਇਸ ਨੇ ਜਾਣੀ ਹੈ। ਗੁਰੂ ਗੁਣ ਰੂੜ ਕੋ ਵਿਚਾਰਤ ਸਿਧਾਰਿਓ ਹੈ। ਸਤਿਗੁਰਾਂ ਦੇ ਸੁੰਦਰ ਗੁਣ, ਜਿਨ੍ਹਾਂ ਗੁਣਾਂ ਦੀ ਕੋਈ ਗਿਣਤੀ ਮਿਣਤੀ ਨਹੀਂ ਹੈ, ਐਸੇ ਸੁੰਦਰ ਗੁਣਾਂ ਨੂੰ ਆਪਣੇ ਹਿਰਦੇ 'ਚ ਵਿਚਾਰ ਕੇ, ਗੁਣਾਂ ਨੂੰ ਆਪਣੇ ਹਿਰਦੇ 'ਚ ਚੇਤੇ ਕਰਕੇ ਜਾ ਰਿਹਾ ਹੈ। ਤਾਤ ਕਾਲ ਗਇਓ ਭੀਮ ਚੰਦ ਕੋ ਮਿਲਤ ਪਇਓ। ਇਹ ਤਾਤ ਕਾਲ ਸ੍ਰੀ ਅਨੰਦਪੁਰ ਸਾਹਿਬ ਤੋਂ ਚੱਲਿਆ ਰਾਜੇ ਭੀਮ ਚੰਦ ਦੀ ਰਾਜਧਾਨੀ ਬਿਲਾਸਪੁਰ ਨਗਰ ਦੇ ਵਿੱਚ ਪਹੁੰਚਿਆ। ਤਾਤ ਕਾਲ ਜਾ ਕੇ ਆਪਣੇ ਰਾਜੇ ਨੂੰ ਮਿਲਿਆ ਹੈ। ਜਿਤਕ ਪ੍ਰਸੰਗ ਥੀਓ ਸਕਲ ਉਚਾਰਿਓ ਹੈ। ਗੁਰੂ ਪਾਤਸ਼ਾਹ ਜੀ ਦੇ ਨਾਲ ਜੋ ਜੋ ਗੱਲਾਂ ਸ੍ਰੀ ਅਨੰਦਪੁਰ ਸਾਹਿਬ ਹੋਈਆਂ ਨੇ, ਜੋ ਜੋ ਵਾਰਤਾ ਸਤਿਗੁਰਾਂ ਦੇ ਨਾਲ ਹੋਈ ਹੈ, ਇਹਨੇ ਉਹ ਸਾਰੀ ਵਾਰਤਾ ਜਾ ਕੇ ਰਾਜੇ ਭੀਮ ਚੰਦ ਨੂੰ ਸੁਣਾਈ ਹੈ। ਅਬ ਹੈ ਕਿਰਪਾਲ ਨੇ ਬਕਰਤਾ ਕੋ ਖਿਆਲ ਕੁਛ। ਕਹਿਣ ਲੱਗਾ, ਹੇ ਰਾਜਾ ਭੀਮ ਚੰਦ, ਸਤਿਗੁਰੂ ਸੱਚੇ ਪਾਤਸ਼ਾਹ ਜੀ ਇਸ ਵੇਲੇ ਬੜੇ ਦਿਆਲੂ ਸੁਭਾਅ ਵਿੱਚ ਨੇ। ਉਹਨਾਂ ਦੇ ਹਿਰਦਿਆਂ ਵਿੱਚ, ਉਹਨਾਂ ਦੀ ਹਿਰਦੇ ਦੀ ਦ੍ਰਿਸ਼ਟੀ ਦੇ ਨਾਲ ਨਾਲ ਦਇਆ ਜਿਹੜੀ ਆ ਉਹ ਢਲ ਰਹੀ ਹੈ। ਉਹਨਾਂ ਦੇ ਅੰਦਰ ਮੈਨੂੰ ਕਿਸੇ ਪ੍ਰਕਾਰ ਦੀ ਕੋਈ ਵਕਰਤਾ ਦਾ ਮਤਲਬ ਹੁੰਦਾ ਟੇਢਾਪਨ। ਇੱਦਾਂ ਦਾ ਮਹਾਰਾਜ ਜੀ ਦੇ ਅੰਦਰ ਕੋਈ ਵਕਰਪੁਣਾ ਜਾਂ ਕੋਈ ਛਲਪੁਣਾ ਉਹ ਮੈਨੂੰ ਨਹੀਂ ਦਿਸਿਆ। ਉਹ ਤਾਂ ਦਇਆ ਦੇ ਰਸ ਦੇ ਨਾਲ ਭਰੇ ਹੋਏ ਦਇਆ ਵਰਤਾ ਰਹੇ ਨੇ। ਚਾਲੀਏ ਉਤਾਲ ਸਭ ਕਾਰਜ ਸੁਧਾਰਿਓ ਹੈ। ਹੇ ਰਾਜਾ ਭੀਮ ਚੰਦ, ਚੱਲ ਛੇਤੀ ਨਾਲ ਚੱਲ ਔਰ ਚੱਲ ਕੇ ਸਤਿਗੁਰਾਂ ਦੇ ਦਰਸ਼ਨ ਕਰ। ਮੈਂ ਤੇਰਾ ਕਾਰਜ ਸਿੱਧ ਕਰਕੇ ਆਇਆ ਹਾਂ। ਆਨੰਦ ਬਿਲੰਦ ਹੋਏ ਰਹਿਓ ਹੈ ਆਨੰਦਪੁਰ। ਸ੍ਰੀ ਆਨੰਦਪੁਰ ਸਾਹਿਬ 'ਚ ਬੜਾ ਭਾਰੀ ਆਨੰਦ ਵਰਤ ਰਿਹਾ ਹੈ। ਉੱਥੇ ਬੜਾ ਭਾਰੀ ਖੇੜਾ ਹੈ ਰਾਜਾ ਭੀਮ ਚੰਦ। ਜੈਸਾ ਆਨੰਦ ਸ੍ਰੀ ਆਨੰਦਪੁਰ ਸਾਹਿਬ ਦੇ ਵਿੱਚ ਵਰਤਦਾ ਮੈਂ ਵੇਖਿਆ, ਤੈਸਾ ਇੰਦਰਪੁਰੀ ਦੇ ਵਿੱਚ ਵੀ ਨਹੀਂ ਹੋਵੇਗਾ। ਜਿਤ ਕਿਤ ਵੀਰ ਬ੍ਰਿੰਦ ਦਲ ਕੇ ਨਿਹਾਰਿਓ ਹੈ। ਕਲਗੀਧਰ ਜੀ ਦੇ ਬੜੇ ਬੜੇ ਵੀਰ ਅਸੀਂ ਯੋਧੇ, ਉਹਨਾਂ ਦੇ ਸੂਰਮਿਆਂ ਦੇ ਦਲ
ਮੈਂ ਸ੍ਰੀ ਅਨੰਦਪੁਰ ਸਾਹਿਬ ਦੇ ਚਾਰੇ ਪਾਸੇ ਫੈਲੇ ਹੋਏ ਵੇਖੇ ਨੇ। ਕੀਜੈ ਨਿਜ ਮੇਲ ਗਨ ਬੀਰਨ ਸਕੇਲ ਕਰ। ਹੇ ਰਾਜਾ ਭੀਮ ਚੰਦ, ਤੂੰ ਵੀ ਆਪਣੇ ਕੁਝ ਖਾਸ ਵਜ਼ੀਰਾਂ ਨੂੰ ਆਪਣੇ ਨਾਲ ਲੈ ਕੇ, ਕੁਝ ਖਾਸ ਵੀਰ ਯੋਧਿਆਂ ਨੂੰ ਆਪਣੇ ਨਾਲ ਲੈ ਕੇ ਕਲਗੀਧਰ ਪਾਤਸ਼ਾਹ ਜੀ ਨਾਲ ਚੱਲ ਕੇ ਮੇਲ ਕਰ, ਉਹਨਾਂ ਨਾਲ ਮੁਲਾਕਾਤ ਕਰ। ਗੁਰੂ ਹਰ ਖਾਏ ਕਹਿ ਹਰਖ ਨਿਜ ਧਾਰੀਏ। ਸਤਿਗੁਰਾਂ ਨੂੰ ਪ੍ਰਸੰਨ ਕਰਕੇ ਤੂੰ ਆਪ ਉਹਨਾਂ ਦੀ ਪ੍ਰਸੰਨਤਾ ਲੈ। ਉਹਨਾਂ ਨੂੰ ਪ੍ਰਸੰਨ ਕਰੇਗਾ ਤੇ ਰਾਜਾ ਭੀਮ ਚੰਦ ਤੇਰਾ ਹਿਰਦਾ ਵੀ ਪ੍ਰਸੰਨ ਹੋਵੇਗਾ। ਕਰਾਮਤ ਸਾਹਿਬ ਸੋ ਜਾਨ ਕੋ ਸੋ ਜਾਨ ਮਨ। ਨਾਲੇ ਸਤਿਗੁਰੂ ਜੀ ਕੋਈ ਸਧਾਰਨ ਵਿਅਕਤੀ ਨਹੀਂ ਹਨ, ਉਹ ਕਰਾਮਾਤਾਂ ਦੇ ਸਾਹਿਬ ਨੇ, ਉਹ ਕਰਾਮਾਤਾਂ ਦੇ ਮਾਲਕ ਨੇ, ਪੂਰਨ ਗੁਰੂ ਹਨ। ਬੰਦਨਾ ਚਰਨ ਕਰ ਬਿਨਤ ਉਚਾਰੀਏ। ਉਹਨਾਂ ਦੇ ਚਰਨਾਂ ਵਿੱਚ ਚੱਲ ਕੇ ਰਾਜਾ ਉਹਨਾਂ ਨੂੰ ਬੰਦਨਾ ਕਰ। ਉਹ ਨਮਸਕਾਰ ਕਰਨ ਯੋਗ ਹਨ ਔਰ ਬੰਦਨਾ ਕਰਕੇ ਉਹਨਾਂ ਪ੍ਰਤੀ ਆਪਣੇ ਹਿਰਦੇ ਦਾ ਪ੍ਰੇਮ ਪ੍ਰਗਟ ਕਰ। ਆਪਨੋ ਅਸ਼ੇਸ਼ ਦੇਸ਼ ਹੋਤ ਜੇ ਕਲੇਸ਼ ਵੇਸ। ਆਪਣੇ ਇਸ ਦੇਸ਼ ਅਸ਼ੇਸ਼ ਵਿੱਚ ਜੇ ਐਸਾ ਭਾਰੀ ਕਲੇਸ਼ ਹੋ ਰਿਹਾ ਹੈ, ਗੋਪਤਾ ਵਿਸ਼ੇਸ਼ ਬਨ ਨੀਕੇ ਹੀ ਉਭਾਰੀਏ। ਔਰ ਇਹਦੇ ਵਿੱਚ ਹੀ ਗੁਪਤ ਵਰਤਾਰਾ ਹੈ, ਗੋਪ ਰਹੱਸਿਆ ਹੈ ਕਿ ਤੁਹਾਨੂੰ ਪਿਆਰ ਸਹਿਤ ਚੱਲ ਕੇ ਉਹਨਾਂ ਨਾਲ ਮੇਲ ਮਿਲਾਪ ਕਰਕੇ ਆਪਣੇ ਇਸ ਦੇਸ਼ ਦੇ ਵਿਗਾੜ ਨੂੰ ਦੂਰ ਕਰਨਾ ਚਾਹੀਦਾ ਹੈ। ਜੇ ਗੱਲ ਪ੍ਰੇਮ ਸਹਿਤ ਬੇਨਤੀ ਕੀਤਿਆਂ ਬਣ ਸਕਦੀ ਹੈ ਤਾਂ ਹੇ ਰਾਜਾ ਤੈਨੂੰ ਇਸੇ ਢੰਗ ਦੇ ਨਾਲੇ ਬੇਨਤੀ ਕਰਨੀ ਚਾਹੀਦੀ ਹੈ। ਬਾਸ਼ਰਤਾ ਮਨ 'ਚ ਕੋਈ ਛਲ ਕਪਟ ਜਾਂ ਮੈਲ ਰੱਖ ਕੇ ਨਾ ਜਾਵੀਂ। ਦ્વੈਸ਼ ਕੋ ਨਾ ਲੇਸ਼ ਧਰ ਮੁਦਤ ਹਮੇਸ਼ ਰਹੋ। ਹਿਰਦੇ ਵਿੱਚ ਕਿਸੇ ਪ੍ਰਕਾਰ ਦੀ ਦ્વੈਸ਼ ਦਾ ਲੇਸ਼ ਨਾ ਰੱਖੀ ਔਰ ਮੁੱਦਤਾ ਤੇ ਖੁਸ਼ੀ ਆਪਣੇ ਹਿਰਦੇ 'ਚ ਰੱਖ ਕੇ ਖੁਸ਼ੀ ਨਾਲ ਉਹਨਾਂ ਦੇ ਕੋਲ ਜਾਵੀਂ। ਮਾਨ ਉਪਦੇਸ਼ ਕੋ ਕਪਟ ਨਿਰਵਾਰੀਏ। ਉਹਨਾਂ ਦਾ ਪਵਿੱਤਰ ਉਪਦੇਸ਼ ਆਪਣੇ ਹਿਰਦੇ 'ਚ ਮਨਨ ਕਰਕੇ ਆਪਣੇ ਹਿਰਦੇ ਦਾ ਜਿਹੜਾ ਕਪਟ ਹੈ, ਛਲ ਹੈ, ਫਰੇਬ ਹੈ, ਇਸ ਫਰੇਬ ਕਪਟ ਨੂੰ ਆਪਣੇ ਹਿਰਦੇ 'ਚੋਂ ਨਿਰਵਾਰ ਦੇ, ਤਿਆਗ ਦੇ। ਸੁਨ ਕੈ ਵਕੀਲ ਤੇ ਸੁਸ਼ੀਲ ਕੋ ਛਬੀਲੋ ਰੂਪ। ਰਾਜੇ ਭੀਮ ਚੰਦ ਨੇ ਆਪਣੇ ਵਕੀਲ ਦੀ ਜ਼ੁਬਾਨੀ ਸੁਸ਼ੀਲ ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਦਾ ਛਬੀਲ ਸਰੂਪ, ਉਹਨਾਂ ਦਾ ਛਬੀਲ ਰਸ ਭਰਿਆ ਸੁਭਾਵ ਉਹ ਇਹਨੇ ਸੁਣਿਆ ਤੇ ਜਾਣਿਆ ਹੈ। ਉਪਤ ਹਠੀਲੋ ਹਠ ਤਿਆਗ ਤਾਤ ਕਾਲ ਕੋ। ਰਾਜਿਆਂ ਵਿੱਚ ਹੱਠ ਦੀ ਬਿਰਤੀ ਹੋਇਆ ਕਰਦੀ ਹੈ। ਸੁਭਾਵਕ ਹੈ ਰਾਜੇ ਜਦੋਂ ਰਾਜ ਕਰਦੇ ਨੇ ਉਹਨਾਂ ਦੀ ਬਿਰਤੀ ਹੱਠਮਈ ਹੋ ਜਾਂਦੀ ਹੈ। ਆਪਣੇ ਹਿਰਦੇ ਦਾ ਉਹ ਹੱਠ ਰਾਜੇ ਭੀਮ ਚੰਦ ਨੇ ਤਿਆਗਿਆ, ਆਪਣੀ ਹਠੀਲੀ ਬਿਰਤੀ ਦਾ ਤਿਆਗ ਕੀਤਾ ਹੈ। ਪੇਟਨ ਸਕੇਲ ਕਰ ਚੜਿਓ ਗੱਜ ਪੇਲ ਕਰ। ਸਤਿਗੁਰਾਂ ਦਾ ਜਾਸੇ ਨੇ ਆਪਣੇ ਹਿਰਦੇ 'ਚ ਧਾਰਨ ਕੀਤਾ ਬਹੁਤ ਸਾਰੀਆਂ ਭੇਟਾਵਾਂ ਆਪਣੇ ਘਰ ਵਿੱਚੋਂ ਇਕੱਠੀਆਂ ਕਰਕੇ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਦਰਸ਼ਨ ਦਿਦਾਰੇ ਕਰਨ ਵਾਸਤੇ ਰਾਜਾ ਭੀਮ ਚੰਦ ਚੱਲਿਆ ਹੈ। ਭੋਜਨ ਕੋ ਮੇਲ ਕਰ ਧਾਰਤ ਉਤਾਲ ਕੋ। ਇਹਦੇ ਨਾਲ ਇਹਦੀਆਂ ਬੇਅੰਤ ਫੌਜਾਂ, ਬਹੁਤ ਸਾਰੇ ਸੂਰਮੇ ਧਨੁਸ਼ਧਾਰੀ, ਕਿਉਂਕਿ ਰਾਜਾ ਇਕੱਲਾ ਦੁਕੱਲਾ ਤਾਂ ਨਹੀਂ ਸੀ ਨਾ ਜਾ ਸਕਦਾ, ਆਪਣੇ ਨਾਲ ਕਾਫੀ ਕੁਝ ਸੂਰਮੇ ਜਿਹੜੇ ਯੋਧਿਆਂ ਦਾ ਦਲ ਹੈ ਉਹ ਨਾਲ ਲੈ ਕੇ ਬੜੀ ਖੁਸ਼ੀ ਨਾਲ ਨਿਰਛਲ ਨਿਸ਼ਕਪਟ ਬਿਰਤੀ ਧਾਰਨ ਕਰਕੇ ਰਾਜਾ ਭੀਮ ਚੰਦ ਇੱਕ ਵਾਰ ਆ ਰਿਹਾ ਹੈ। ਮਾਰਗ ਪਿਆਨ ਕਰ ਆਨੰਦਪੁਰੇ ਕੋ ਥਾਨਿਆ। ਬਿਲਾਸਪੁਰ ਤੋਂ ਆਨੰਦਪੁਰ ਸਾਹਿਬ ਦਾ ਪੈਂਡਾ ਕੋਈ ਜ਼ਿਆਦਾ ਲੰਮਾ ਪੈਂਡਾ ਨਹੀਂ ਹੈ। ਉਹ ਪੈਂਡਾ ਕੁਝ ਸਮੇਂ 'ਚ ਹੀ, ਇੱਕ ਅੱਧੇ ਦਿਨ ਜਾਂ 2 ਦਿਨਾਂ ਦੇ ਵਿੱਚ ਹੀ ਤੈਅ ਕਰਕੇ ਇਹ ਸਤਿਗੁਰਾਂ ਦੀ ਪਵਿੱਤਰ ਨਗਰੀ ਸ੍ਰੀ ਅਨੰਦਪੁਰ ਸਾਹਿਬ ਵਿੱਚ ਆ ਪਹੁੰਚਿਆ ਹੈ। ਆਨ ਕਰ ਉਤਰਿਓ ਮਹਾਨ ਮਹੀਪਾਲ ਕੋ। ਆਨੰਦਪੁਰ ਸਾਹਿਬ ਆ ਕੇ ਨੇ ਡੇਰਾ ਪਾਇਆ ਹੈ। ਜਿੱਥੇ ਭਲਾ ਸਥਾਨ, ਯੋਗ ਸਥਾਨ ਵੇਖਿਆ, ਉੱਥੇ ਆਪਣੀਆਂ ਫੌਜਾਂ ਸਮੇਤ ਇਹਨੇ ਡੇਰਾ ਕੀਤਾ। ਸੁਧ ਕੋ ਸੁਨਤ ਸੁਧ ਲੈ ਬੇਹਤ ਨੰਦ ਚੰਦ। ਗੁਰੂ ਪਾਤਸ਼ਾਹ ਜੀ ਦੇ ਘਰ ਦੇ ਦੀਵਾਨ ਭਾਈ ਨੰਦ ਚੰਦ ਜੀ ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਰਾਜਾ ਭੀਮ ਚੰਦ ਆਇਆ ਹੈ, ਉਹਦੀ ਸੁੱਧ ਲੈਣ ਵਾਸਤੇ, ਰਾਜਨੀਤੀ ਵੀ ਇਹੀ ਕਹਿੰਦੀ ਦੂਸਰੇ ਦੇਸ਼ ਦਾ ਕੋਈ ਰਾਜਾ ਆਉਂਦਾ ਹੈ ਤਾਂ ਉਹਦਾ ਸਤਿਕਾਰ ਕਰਨਾ, ਭਾਵੇਂ ਉਹ ਵਿਰੋਧੀ ਦੇਸ਼ ਵਿੱਚੋਂ ਹੀ ਚੱਲ ਕੇ ਆਇਆ ਹੋਵੇ। ਤਾਂ ਉਸ ਵਕਤ ਦੀਵਾਨ ਨੰਦ ਚੰਦ ਜੀ ਰਾਜੇ ਭੀਮ ਚੰਦ ਦੇ ਅਦਬ ਲਈ, ਨਾਲੇ ਉਹ ਭਾਵਨਾ ਨਾਲ ਆਇਆ, ਇਸ ਵਾਰ ਛਲ ਰਹਿਤ ਹੋ ਕੇ ਆਇਆ।
ਉਹਦਾ ਸਤਿਕਾਰ ਤੇ ਸਵਾਗਤ ਕਰਨ ਵਾਸਤੇ ਔਰ ਯੋਗ ਸਥਾਨ ਤੇ ਡੇਰਾ ਕਰਾਉਣ ਲਈ ਦੀਵਾਨ ਨੰਦ ਚੰਦ ਜੀ ਆਪਣੇ ਨਾਲ ਕੁਝ ਗੁਰੂ ਘਰ ਦੇ ਸੇਵਾਦਾਰ ਲੈ ਕੇ ਗਏ ਹਨ। ਭੇਜੋ ਸ਼੍ਰੀ ਗੋਬਿੰਦ ਸਿੰਘ ਰਾਜਨੀਤ ਚਾਲਕੋ। ਰਾਜਨੀਤੀ ਦਾ ਇਹ ਚਾਲ ਚਲਨ ਹੁੰਦਾ ਹੈ। ਉਹਦੇ ਵਿਚਾਰ ਨੂੰ ਵਿਚਾਰਦਿਆਂ ਕਲਗੀਧਰ ਜੀ ਨੇ ਦੀਵਾਨ ਨੰਦ ਚੰਦ ਜੀ ਨੂੰ ਭੀਮ ਚੰਦ ਵੱਲ ਭੇਜਿਆ ਹੈ। ਖਾਨ ਪਾਨ ਦਾਨਾ ਤ੍ਰਿੜ ਦਿਨਸ ਵਿਸ਼ਾਲ ਤਬ। ਦੀਵਾਨ ਨੰਦ ਚੰਦ ਜੀ ਗਏ ਨੇ ਰਾਜੇ ਭੀਮ ਚੰਦ ਦੀਆਂ ਫੌਜਾਂ ਵਾਸਤੇ ਘੋੜਿਆਂ ਲਈ ਦਾਣੇ ਪੱਠੇ ਦਾ ਜਾ ਕੇ ਸਹੀ ਢੰਗ ਨਾਲ ਪ੍ਰਬੰਧ ਕੀਤਾ ਹੈ। ਫੌਜਾਂ ਦੇ ਖਾਣ ਦਾ, ਉਹਨਾਂ ਦੇ ਲੰਗਰਾਂ ਪਾਣੀਆਂ ਵਾਸਤੇ ਰਸਤਾਂ ਬਸਤਾਂ ਜਿਹੜੀਆਂ ਨੇ, ਜੋ ਵਸਤੂਆਂ ਉਹਨਾਂ ਨੂੰ ਚਾਹੀਦੀਆਂ ਨੇ, ਉਹ ਦੀਵਾਨ ਜੀ ਨੇ ਪਹੁੰਚਦੀਆਂ ਕੀਤੀਆਂ ਹਨ। ਪਾਛਲੇ ਪਹਿਰ ਠਹਿਰਾਇਓ ਮੇਲ ਆਵਨੋ। ਔਰ ਪਿਛਲੇ ਪਹਿਰ ਯਾਨੀ ਕਿ ਸ਼ਾਮ ਦਾ ਵੇਲਾ, ਆ ਜਿਹੜਾ ਹੁਣ ਵੇਲਾ ਨਾ, ਆ ਜਿਹੜਾ ਸ਼ਾਮ ਦਾ, ਇਹ ਨਿਯਤ ਕੀਤਾ ਪਿਛਲੇ ਪਹਿਰ ਦਾ ਕਿ ਰਾਜਾ ਭੀਮ ਚੰਦ ਸ਼ਾਮ ਨੂੰ ਸਭਾ ਵਿੱਚ ਆ ਕੇ ਗੁਰੂ ਸਾਹਿਬ ਨੂੰ ਮਿਲ ਸਕਦਾ ਹੈ। ਉਹ ਸਮਾਂ ਨਿਯਤ ਕਰਕੇ ਨਿਰਧਾਰਤ ਕਰਕੇ ਆਏ ਹਨ। ਸੁੰਦਰ ਪਹਿਰ ਕਰ ਭੂਖਨ ਰਤਨ ਜਰ। ਔਰ ਇਧਰ ਕਲਗੀਧਰ ਪਾਤਸ਼ਾਹ ਜੀ ਦਾ ਸੰਧਿਆ ਦਾ ਸ਼ਾਮ ਦਾ ਦੀਵਾਨ ਸਜਣਾ ਹੈ। ਮਹਾਰਾਜ ਜੀ ਨੇ ਬੜੇ ਸੋਹਣੇ ਆਭੂਸ਼ਣ, ਸੋਹਣੇ ਬਸਤਰ ਆਪਣੇ ਸਰੀਰ ਤੇ ਧਾਰਨ ਕੀਤੇ ਹਨ। ਗਰ ਸ਼ਮਸ਼ੇਰ ਸਮਸ਼ੇਰ ਹੋਏ ਦਿਖਾਵਨੋ। ਗਾਤਰੇ ਵਿੱਚ ਸੋਹਣੀ ਸ਼ਮਸ਼ੀਰ ਧਾਰਨ ਕਰਕੇ ਸ਼ੇਰ ਸਮਾਨ ਆਪਣਾ ਰੂਪ ਦਿਖਾਵਣ ਲਈ। ਨਿਠੁਰ ਕੋ ਦੰਡ ਪੁੱਜ ਦੰਡ ਕੇ ਸਿਕੰਦ ਤਰ। ਬੜਾ ਮਜ਼ਬੂਤ ਤੇ ਕਠੋਰ 9 ਟੰਕਾ ਧਨਕ ਸਾਹਿਬ ਨੇ ਆਪਣੇ ਮੋਢੇ ਤੇ ਧਾਰਨ ਕੀਤਾ ਹੈ। ਤੀਖਨ ਖਤੰਗ ਕੀਨ ਪਾਨ ਮੈਂ ਫੇਰਾਵਨੋ। ਇੱਕ ਤਿੱਖਾ ਤੀਰ ਮਹਾਰਾਜ ਜੀ ਨੇ ਆਪਣੇ ਪਵਿੱਤਰ ਹੱਥਾਂ ਵਿੱਚ ਪਕੜਿਆ, ਉਹ ਵਿਖਾਉਂਦੇ ਨੇ, ਕਿਉਂਕਿ ਅਕਸਰ ਕਲਗੀਧਰ ਜੀ ਤੀਰ ਆਪਣੇ ਹੱਥ 'ਚ ਰੱਖਿਆ ਕਰਦੇ ਸਨ। ਪੱਥੇ 'ਚੋਂ ਤੀਰ ਕੱਢਣਾ, 4 ਉਂਗਲ ਚੌੜਾ ਤੀਰ। ਗੁਰਦੇਵ ਨੇ ਤੀਰ ਦੀ ਜਿਹੜੀ ਡੰਡੀ ਹੁੰਦੀ ਹੈ ਪਿਛਲੀ, ਉਹਨੂੰ ਪਕੜ ਕੇ ਆਪਣੇ ਹੱਥ ਦੇ ਵਿੱਚ ਇਦਾਂ ਫੇਰਦੇ ਰਹਿੰਦੇ ਸਨ ਕਾਨੀ ਨੂੰ। ਉਹ ਤੀਰ ਮਹਾਰਾਜ ਜੀ ਆਮ ਕਰਕੇ ਤਤਾਰਚਾ ਤੀਰ ਵੀ ਸਤਿਗੁਰੂ ਆਪਣੇ ਹੱਥ 'ਚ ਰੱਖਦੇ ਸਨ। ਤਤਾਰਚਾ ਤੀਰ ਉਹ ਹੁੰਦਾ ਹੈ ਕਿ ਜਿਹਦੀ ਪਿਛਲੀ ਤੀਰ ਦੀ ਜਿਹੜੀ ਡੰਡੀ ਹੁੰਦੀ ਹੈ ਉਹ ਵੀ ਲੋਹੇ ਦੀ ਬਣੀ ਹੁੰਦੀ ਹੈ। ਉਸ ਤੀਰ ਦੇ ਆਪ ਜੀ ਦਰਸ਼ਨ ਕਰਦੇ ਹੋ ਤਖਤ ਸੱਚਖੰਡ ਸ੍ਰੀ ਹਜੂਰ ਸਾਹਿਬ ਅਬਚਲ ਨਗਰ ਵਿਖੇ। ਜਦੋਂ ਸ਼ਾਮ ਵੇਲੇ ਸ੍ਰੀ ਆਰਤੀ ਸਾਹਿਬ ਦੇ ਕੀਰਤਨ ਤੋਂ ਬਾਅਦ ਉਸ ਤੀਰ ਦੇ ਸਾਰੀ ਸੰਗਤ ਨੂੰ ਦਰਸ਼ਨ ਕਰਵਾਏ ਜਾਂਦੇ ਹਨ। ਇਹ ਤਤਾਰਚਾ ਤੀਰ ਹੁੰਦਾ, ਇਹਨੂੰ ਚਲਾਉਣ ਵਾਸਤੇ ਬਹੁਤ ਜ਼ਿਆਦਾ ਬਲ ਵੀ ਚਾਹੀਦਾ ਹੈ। ਇੱਦਾਂ ਦਾ ਤੀਰ ਮਹਾਰਾਜ ਜੀ ਆਪਣੇ ਹੱਥ ਦੇ ਵਿੱਚ ਪਕੜਦੇ ਸਨ ਔਰ ਉਹਨੂੰ ਇੱਦਾਂ ਗੋਲ-ਗੋਲ ਕਰਕੇ ਘੁਮਾਉਂਦੇ ਰਹਿੰਦੇ ਸਨ। ਇਹ ਮਹਾਰਾਜ ਜੀ ਦਾ ਸੁਭਾਅ ਸੀ। ਕਿਹਰੀ ਗਵਨ ਪਗ ਪੰਕਜ ਰਵਨ ਚਲੋ। ਪਾਤਸ਼ਾਹ ਜੀ ਦੀ ਚਾਲ ਬੜੀ ਸੁੰਦਰ ਹੈ। ਜਦੋਂ ਸੋਹਣੇ ਬਸਤਰ ਸ਼ਸਤਰ ਸਹਿਤ ਸਜ ਗਏ ਨਾ, ਭਾਈ ਸਾਹਿਬ ਕਹਿੰਦੇ ਜਦੋਂ ਚੱਲਦੇ ਨੇ ਤੇ ਸ਼ੇਰ ਦੀ ਚਾਲ ਹੈ ਮਹਾਰਾਜ ਜੀ ਦੀ। ਕਦੇ ਸ਼ੇਰ ਨੂੰ ਤੁਸੀਂ ਮਸਤੀ ਨਾਲ ਚੱਲਦਿਆਂ ਵੇਖਿਆ ਹੋਵੇ, ਕੈਸਾ ਨਿਰਭੈ ਹੋ ਕੇ, ਨਿਡਰ ਹੋ ਕੇ ਉਹ ਆਪਣੀ ਚਾਲ ਨਾਲ ਚੱਲਦਾ ਹੈ। ਉਹਦੇ ਵਿੱਚ ਕਦੇ ਤੁਸੀਂ ਉਤਾਵਲਾਪਨ ਨਹੀਂ ਵੇਖੋਗੇ। ਜਦੋਂ ਸ਼ੇਰ ਚੱਲਦਾ ਨਾ ਬੜੇ ਠਰਮੇ, ਹਾਂ ਜਦੋਂ ਸ਼ਿਕਾਰ ਕਰਨਾ ਹੋਵੇ ਉਦੋਂ ਗੱਲ ਵੱਖਰੀ ਹੈ, ਪਰ ਜਦੋਂ ਆਪਣੀ ਚਾਲ ਬੜੀ ਮਸਤੀ ਨਾਲ ਚੱਲਦਾ ਹੁੰਦਾ ਔਰ ਉਹਦੀ ਚਾਲ ਤੋਂ ਪਤਾ ਲੱਗਦਾ ਹੈ ਕਿ ਸ਼ੇਰ ਦੇ ਵਿੱਚ ਇਸ ਵੇਲੇ ਕਿਸੇ ਪ੍ਰਕਾਰ ਦਾ ਕੋਈ ਭੈ ਨਹੀਂ ਔਰ ਉਹ ਬੜੇ ਠਰਮੇ ਨਾਲ ਸੋਹਣੀ ਚਾਲ ਚੱਲਦਾ ਹੈ। ਭਾਈ ਸਾਹਿਬ ਉਹਦਾ ਅਲੰਕਾਰ ਬਣ ਰਹੇ ਨੇ। ਕਹਿੰਦੇ ਕਲਗੀਧਰ ਪਾਤਸ਼ਾਹ ਜੀ ਮਹਾਰਾਜ, ਸ਼ੇਰ ਦੇ ਸਮਾਨ ਬੜੀ ਸੋਹਣੀ ਚਾਲ, ਤੇਰੀ ਚਾਲ ਸੁਹਾਵੀ ਮਧੁਰਾੜੀ ਬਾਣੀ। ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਚਾਲ ਐਸੀ ਸੁੰਦਰ ਹੈ ਕਿ ਵੇਖਣ ਵਾਲਿਆਂ ਦੇ ਮਨ ਮੋਹਿਤ ਹੁੰਦੇ ਹਨ। ਸਭਾ ਕੇ ਸਥਾਨ ਮੈਂ ਪਿਆਨ ਆਪ ਕੀਨਿਓ। ਜਿੱਥੇ ਦੀਵਾਨ ਸਜਾਇਆ ਗਿਆ, ਮਹਾਰਾਜ ਜੀ ਦੀ ਸਭਾ ਸਜਾਈ ਗਈ, ਜਿਸ ਸਭਾ ਵਿੱਚ ਭੀਮ ਚੰਦ ਨੂੰ ਦਰਸ਼ਨ ਦੇਣੇ ਨੇ। ਗਰੀਬ ਨਵਾਜ ਪਾਤਸ਼ਾਹ ਜੀ ਚੱਲ ਕੇ ਉਸ ਸਭਾ ਦੇ ਸਥਾਨ ਵਿੱਚ ਪਹੁੰਚੇ ਹਨ। ਕੰਚਨ ਸਿੰਘਾਸਨ ਪੈ ਬੈਠ ਸੁਖ ਆਸਨ ਸੋ। ਮਹਾਰਾਜ ਜੀ ਦਾ ਜਿਹੜਾ ਸਿੰਘਾਸਣ ਹੈ ਉਹ ਸੋਨੇ ਦਾ ਬਣਿਆ ਹੋਇਆ ਹੈ। ਸੋਨੇ ਦੇ ਸਿੰਘਾਸਣ ਦੇ ਉੱਤੇ ਮਹਾਰਾਜ ਗਰੀਬ ਨਵਾਜ ਸਾਹਿਬ ਕਲਗੀਧਰ ਸੁਆਮੀ ਜੀ ਰਾਜਾਨ ਰਾਜ ਹੋ ਕਰਕੇ, ਕਿਉਂਕਿ ਮਹਾਰਾਜ ਸੱਚੇ ਪਾਤਸ਼ਾਹ ਰਾਜਿਆਂ ਦੇ ਵੀ ਰਾਜਾ ਅਧਿ ਰਾਜਾ ਹਨ। ਦੁਨੀਆ ਦੇ ਜਿਤਨੇ ਰਾਜੇ ਨੇ, ਪੂਰੇ ਵਿਸ਼ਵ ਦੇ ਰਾਜੇ,
ਉਹਨਾਂ ਸਾਰੇ ਰਾਜਿਆਂ ਵਿੱਚੋਂ ਸ਼੍ਰੋਮਣੀ ਮੰਨਿਆ ਜਾਂਦਾ ਰਾਜਾ ਇੰਦਰ। ਰਾਜੇ ਇੰਦਰ ਵਰਗੇ ਵੀ ਕਰੋੜਾਂ ਰਾਜੇ, ਉਹਨਾਂ ਰਾਜਿਆਂ ਦੇ ਵੀ ਰਾਜੇ ਨੇ ਗੁਰੂ ਕਲਗੀਆਂ ਵਾਲੇ ਸੁਆਮੀ ਸਾਹਿਬ ਸੱਚੇ ਪਾਤਸ਼ਾਹ। ਤੁਮ ਹੋ ਸਭ ਰਾਜਨ ਕੇ ਰਾਜਾ, ਮਹਾਰਾਜ ਸੱਚੇ ਪਾਤਸ਼ਾਹ ਰਾਜਿਆਂ ਦੇ ਵੀ ਰਾਜੇ ਨੇ। ਰਾਜਾਨ ਰਾਜ, ਐਸੀ ਸੋਭਾ ਮਹਾਰਾਜ ਜੀ ਉਸ ਤਖਤ ਤੇ ਬੈਠੇ ਸੋਭਨੀਕ ਹੋ ਰਹੇ ਨੇ। ਨਿਕਟ ਸਰਾਸਨ ਟਿਕਾਏ ਦ੍ਰਿੜ ਲੀਨਿਓ। ਮਹਾਰਾਜ ਜੀ ਦੇ ਸਿੰਘਾਸਣ ਦੇ ਨਾਲ ਹੀ ਸਤਿਗੁਰਾਂ ਦੇ ਸ਼ਸਤਰ ਟਿਕਾਉਣ ਦਾ ਆਸਣ ਹੁੰਦਾ ਸੀ। ਤੋ ਕਲਗੀਧਰ ਜੀ ਨੇ ਆਪਣਾ ਧਨਖ ਮੋਢੇ ਤੋਂ ਉਤਾਰ ਕੇ ਉਹ ਜਿਹੜਾ ਨੇੜੇ ਆਸਣ ਹੈ ਮਹਾਰਾਜ ਜੀ ਦੇ, ਉਹਦੇ ਤੇ ਸਤਿਗੁਰੂ ਜੀ ਨੇ ਆਪਣਾ ਧਨਖ ਟਿਕਾਇਆ ਹੈ। ਚੋਰਦਾਰ ਚੋਰ ਚਾਰੂ ਚਾਰ ਦਿਸ਼ਾ ਟੋਰ ਫਿਰ। ਭਾਈ ਸਾਹਿਬ ਜੀ ਜਦੋਂ ਮਹਾਰਾਜ ਜੀ ਦਾ ਸਵਰੂਪ ਵਰਣਨ ਕਰਦੇ ਨੇ, ਉਸ ਵੇਲੇ ਉਹਨਾਂ ਦੀ ਕਲਮ ਖੇੜੇ 'ਚ ਖਿੜ ਜਾਂਦੀ ਹੈ। ਫਿਰ ਬੜੀ ਬਾਰੀਕੀ ਨਾਲ ਇੱਕ ਇੱਕ ਗੱਲ ਦਾ ਵਰਣਨ ਕਰਦੇ ਨੇ, ਮਾਨੋ ਸਾਹਿਬ ਦੇ ਸਰੂਪ ਦੇ ਸਾਨੂੰ ਪ੍ਰਤੱਖ ਦਰਸ਼ਨ ਹੀ ਕਰਾ ਰਹੇ ਹੋਣ। ਕਹਿੰਦੇ ਉਸ ਵਕਤ ਮਹਾਰਾਜ ਜੀ ਦੇ ਸੀਸ ਪਿੱਛੇ, ਪਾਤਸ਼ਾਹ ਜੀ ਦੇ ਪਿਛਲੇ ਪਾਸੇ ਖੜਾ ਚਵਰ ਬਰਦਾਰ ਮਹਾਰਾਜ ਜੀ ਦੇ ਸੀਸ ਤੇ ਚਵਰ ਚਲਾਉਂਦਾ ਹੈ। ਉਹ ਚਵਰ ਮਹਾਰਾਜ ਜੀ ਦੇ ਸੀਸ ਦੇ ਚਾਰੇ ਪਾਸੇ ਘੁੰਮਦਾ ਹੈ। ਸ਼ੋਭਾ ਕੋ ਬੜਾਵੇਂ ਸਮ ਕੀਰਨੋ ਕੀ ਚੀਨੀਓ। ਕਹਿੰਦੇ ਮਹਾਰਾਜ ਜੀ ਦੀ ਸੋਭਾ ਨੂੰ ਵਧਾਉਂਦਾ ਹੈ, ਮਾਨੋ ਜਿਵੇਂ ਸੂਰਜ ਦੀਆਂ ਰਿਸਮਾਂ, ਸੂਰਜ ਦੀਆਂ ਕਿਰਨਾਂ ਦਾ ਫੈਲਾਓ ਹੋਵੇ। ਫਰਸ਼ ਅਨੇਕ ਰੰਗ ਸਜੋ ਸਭ ਬਿਉਂਤ ਸੰਗ। ਮਹਾਰਾਜ ਜੀ ਦੇ ਅੱਗੇ ਥੱਲੇ ਦੋ ਦੀਵਾਨ ਹੈ, ਉਹਦੇ ਵਿੱਚ ਫਰਸ਼ ਵਿਛੇ ਹੋਏ ਨੇ, ਗਲੀਚੇ ਵਿਛੇ ਹੋਏ ਨੇ। ਬੜੇ ਸੋਹਣੇ ਰੰਗ ਰੰਗ ਦੇ ਫਰਸ਼ ਤੇ ਗਲੀਚੇ ਵਿਛਾਏ ਗਏ ਨੇ। ਸਭਾ ਮੈਂ ਸੁਗੰਧ ਤਾਕੀ ਗੰਗ ਛੋਰ ਦੀਨਿਓ। ਔਰ ਸਾਰੀ ਸਭਾ ਵਿੱਚ ਸੁਗੰਧੀਦਾਰ ਵਸਤੂਆਂ ਦਾ ਚਰਚਣ ਕੀਤਾ ਹੋਇਆ। ਜਿਹੜੀਆਂ ਗੰਧ ਵਾਲੀਆਂ ਚੰਗੀ ਸੁਗੰਧੀ ਵਾਲੀਆਂ ਚੀਜ਼ਾਂ ਨੇ, ਜੈਸੇ ਅਤਰ ਫੁਲੇਲ ਆਦਿਕ, ਉਹ ਸੁਗੰਧੀਆਂ ਦਾ ਚਰਚਣ ਸਾਰੀ ਸਭਾ ਵਿੱਚ ਕੀਤਾ ਹੋਇਆ ਹੈ। ਆਇਓ ਨੰਦ ਚੰਦ ਘਰ ਬੰਦਨਾ ਕੋ ਦਇਆ ਰਾਮ। ਭਾਈ ਨੰਦ ਚੰਦ ਜੀ ਆਏ ਨੇ, ਸਤਿਗੁਰਾਂ ਦੇ ਘਰ ਦੇ ਮਹਾਨ ਸੇਵਕ ਭਾਈ ਦਇਆ ਰਾਮ ਜੀ ਆਏ ਨੇ। ਆਣ ਕੇ ਤਿਨਾਂ ਨੇ ਕਲਗੀਧਰ ਜੀ ਨੂੰ ਦੋਨੋਂ ਹੱਥ ਜੋੜ ਕੇ ਪ੍ਰਣਾਮ ਕੀਤੀ ਹੈ, ਨਮਸਕਾਰ ਕੀਤੀ ਹੈ। ਪ੍ਰੋਦਾ ਮਹਾਬੀਰ ਤੀਨ ਪ੍ਰਾਂਤ ਤੇਰੇ ਥਾਨ ਮੈਂ। ਹਾਂਜੀ, ਪ੍ਰੋਦਾ ਮਹਾਬੀਰ ਤੀਨ ਪ੍ਰਾਤ ਤੇਰੇ ਥਾਨ ਮੈਂ। ਆ ਤਿੰਨੇ ਭਰਾ ਭਾਈ, ਤਿੰਨ ਕਿਹੜੇ? ਬੀਬੀ ਵੀਰੋ ਦੇ ਪੁੱਤਰ, ਦੋ ਸ਼ਹੀਦ ਹੋ ਗਏ ਨੇ ਭੰਗਾਣੀ ਦੇ ਜੰਗ 'ਚ। ਬਾਕੀ ਤਿੰਨੇ ਭਰਾ ਮਹਾਰਾਜ ਜੀ ਦੇ ਚਰਨਾਂ ਵਿੱਚ, ਭਾਈ ਗੁਲਾਬ ਚੰਦ, ਗੰਗਾ ਰਾਮ ਤੇ ਮਾਰੀ ਚੰਦ ਜੀ, ਇਹ ਸਤਿਗੁਰਾਂ ਦੀ ਸਭਾ ਵਿੱਚ ਇਹ ਵੀ ਆਏ, ਨਮਸਕਾਰ ਕਰਕੇ ਬੈਠ ਗਏ। ਬ੍ਰਿੰਦ ਜੇ ਮਸੰਦ ਧਨ ਸੰਚਿਤ ਬੇਲੰਦ ਢੀਲ। ਬਹੁਤ ਸਾਰੇ ਜਿਹੜੇ ਗੁਰੂ ਘਰ ਦੇ ਮਸੰਦ ਨੇ, ਜਿਨ੍ਹਾਂ ਦਾ ਕੰਮ ਹੈ ਗੁਰੂ ਘਰ ਵਾਸਤੇ ਮਾਇਆ ਉਗਰਾ ਕੇ ਗੁਰੂ ਘਰ ਲੈ ਕੇ ਆਉਣੀ, ਵੱਡੀਆਂ ਵੱਡੀਆਂ ਉੱਚੀਆਂ ਡੀਲਾਂ ਵਾਲੇ ਉਹ ਮਸੰਦ ਵੀ ਚੱਲ ਕੇ ਆਏ ਹਨ। ਬੈਠੇ ਜਥਾ ਜੋਗ ਸਭ ਆਨ ਕੈ ਦੀਵਾਨ ਮੈਂ। ਮਹਾਰਾਜ ਜੀ ਦੇ ਜਿਹੜੇ ਖਾਸ ਨਿਕਟਵਰਤੀ ਸ਼ਸਤਰਧਾਰੀ ਸੂਰਮੇ ਨੇ, ਉਹ ਸਾਰੇ ਸਭਾ ਦੇ ਵਿੱਚ ਆ ਕੇ ਆਪੋ ਆਪਣੇ ਟਿਕਾਣਿਆਂ ਤੇ ਥਾਵਾਂ ਤੇ ਬੈਠ ਗਏ ਨੇ। ਐਂਠਦਾਰ ਵੀਰ ਭਰ ਤਾਰ ਕੈ ਸਰੀਰ ਚੀਰ। ਐਂਠਦਾਰ ਵੀਰ ਮਹਾਰਾਜ ਸੱਚੇ ਪਾਤਸ਼ਾਹ ਦੇ ਯੋਧੇ, ਜਿਹੜੇ ਬੜੇ ਬੜੇ ਸੋਹਣੇ ਵਸਤਰ ਸਰੀਰ ਤੇ ਧਾਰਨ ਕਰਕੇ, ਸ਼ਸਤਰ ਧਾਰਨ ਕਰਕੇ ਆ ਰਹੇ ਨੇ। ਆਏ ਸੁਧ ਸੁਨ ਧਾਰ ਆਯੁਧ ਕੋ ਪਾਨ ਮੈਂ। ਜਿੰਨੇ ਮਹਾਰਾਜ ਜੀ ਦੇ ਸੂਰਮੇ ਨੇ ਸ਼ਸਤਰ ਧਾਰਨ ਕਰਕੇ ਸਭ ਵਾਰੀ ਵਾਰੀ ਚੱਲ ਕੇ ਸਤਿਗੁਰਾਂ ਕੋਲ ਆ ਰਹੇ ਨੇ। ਮਾਤੁਲ ਕਿਰਪਾਲ ਬਹੁ ਜੋਧਾ ਜਿਸ ਨਾਲ ਆਏ। ਮਾਮਾ ਕਿਰਪਾਲ ਚੰਦ ਜੀ ਆਏ ਨੇ, ਉਹਨਾਂ ਦੇ ਨਾਲ ਬਹੁਤ ਸਾਰੇ ਸੂਰਬੀਰ ਯੋਧੇ ਚੱਲ ਕੇ ਆਏ ਹਨ। ਧੀਰਜ ਬੇਸਾਲ ਔਰ ਬਾਕਨ ਬਖਾਨ ਮੈਂ। ਬੜੇ ਧੀਰਜ ਦੇ ਨਾਲ, ਠਰਮੇ ਦੇ ਨਾਲ ਗੱਲ ਕਰਨ ਵਾਲੇ ਨੇ ਮਾਮਾ ਕਿਰਪਾਲ ਚੰਦ ਜੀ। ਬੜੀ ਸਿਆਣੀ ਤੇ ਦੂਰ ਅੰਦੇਸ਼ੀ ਵਿਰਤ ਹੈ। ਇਸੇ ਕਰਕੇ 9ਵੇਂ ਪਾਤਸ਼ਾਹ ਜੀ ਦੇ ਵੇਲੇ ਤੋਂ ਹੀ ਮਾਮਾ ਕਿਰਪਾਲ ਚੰਦ ਜੀ ਗੁਰੂ ਘਰ ਵਿੱਚ ਰਹੇ ਨੇ। ਬੜਾ ਭਾਰੀ ਮਾਣ ਆਦਬ ਤੇ ਸਤਿਕਾਰ ਸੀ। ਗੁਰੂ ਘਰ ਦੇ ਵਿੱਚ ਜ਼ਿੰਮੇਵਾਰ ਵਿਅਕਤੀਆਂ ਵਿੱਚੋਂ ਪਰਿਵਾਰ ਦੀਆਂ ਸਾਰੀਆਂ ਜ਼ਿੰਮੇਵਾਰੀਆਂ ਨਿਭਾਉਣ ਵਿੱਚ ਮਾਮਾ ਕਿਰਪਾਲ ਚੰਦ ਜੀ ਸਭ ਤੋਂ ਮੋਹਰੀ ਸਨ। ਬੜੇ ਸਿਆਣੇ ਦੂਰਅੰਦੇਸ਼ੀ ਬਿਰਤੀ ਦੇ ਮਾਲਕ ਹਨ ਔਰ ਬੜੇ ਠਰਮੇ ਨਾਲ ਵੱਡੇ ਤੋਂ ਵੱਡੇ ਬੰਦੇ ਦੇ ਨਾਲ ਕਿਸ ਤਰੀਕੇ ਨਾਲ ਗੱਲਬਾਤ ਕਰਨੀ ਹੈ
ਉਹ ਗੱਲ ਕਰਨ ਦਾ ਤਰੀਕਾ ਵੱਲ ਮਾਮਾ ਕਿਰਪਾਲ ਚੰਦ ਜੀ ਚੰਗੀ ਤਰ੍ਹਾਂ ਜਾਣਦੇ ਹਨ। ਭੇਜੋ ਚੋਪਦਾਰ ਲਿਆਓ ਭੂਪ ਕੋ ਹਕਾਰ ਅਬ। ਜਦੋਂ ਮਹਾਰਾਜ ਜੀ ਦਾ ਦਰਬਾਰ ਸਜ ਗਿਆ, ਚੋਬਦਾਰ ਨੂੰ ਭੇਜਿਆ ਕਿ ਜਾਓ ਰਾਜੇ ਭੀਮ ਚੰਦ ਨੂੰ ਸੱਦ ਕੇ ਲਿਆਓ। ਪਾਏ ਕੇ ਰਜ਼ਾਏ ਤਾਤਕਾਲ ਤਾਹੇ ਆਨਿਓ। ਸਤਿਗੁਰਾਂ ਦਾ ਚੋਬਦਾਰ ਗਿਆ, ਰਾਜੇ ਭੀਮ ਚੰਦ ਨੂੰ ਜਾ ਕੇ ਕਿਹਾ, ਸਤਿਗੁਰੂ ਜੀ ਦਾ ਦੀਵਾਨ ਸਜਿਆ, ਤੈਨੂੰ ਯਾਦ ਕਰ ਰਹੇ ਨੇ। ਇਹ ਸੁਣਦਿਆਂ ਰਾਜਾ ਭੀਮ ਚੰਦ ਪਹਿਲਾਂ ਹੀ ਤਿਆਰ ਬੈਠਾ ਸੀ, ਬੜੀ ਛੇਤੀ ਨਾਲ ਚੱਲ ਕੇ ਸਤਿਗੁਰਾਂ ਦੀ ਸਭਾ ਵਿੱਚ ਆ ਰਿਹਾ ਹੈ। ਵੀਰਨ ਵਜ਼ੀਰਨ ਕੋ ਸੰਗ ਲੈ ਬਹੀਰ ਬੋ। ਆਪਣੇ ਨਾਲੇ ਦੇ ਕੁਝ ਖਾਸ ਵੀਰ ਚੋਣਵੇਂ ਯੋਧੇ ਤੇ ਵਜ਼ੀਰਾਂ ਨੂੰ ਨਾਲ ਲੈ ਕੇ ਆ ਰਿਹਾ ਹੈ। ਆਨ ਭੀਮ ਚੰਦ ਨੇ ਪ੍ਰਣਾਮ ਪਗ ਠਾਨਿਓ। ਸਤਿਗੁਰਾਂ ਦੀ ਸਭਾ ਵਿੱਚ ਆਇਆ, ਦੂਰੋਂ ਹੀ ਆ ਕੇ ਨਮਸਕਾਰ ਕਰਕੇ ਕਹਿੰਦਾ, ਮਹਾਰਾਜ ਪ੍ਰਣਾਮ ਹੈ ਆਪ ਜੀ ਦੇ ਚਰਨਾਂ ਵਿੱਚ, ਨਮਸਕਾਰ ਹੈ ਆਪ ਜੀ ਦੇ ਚਰਨਾਂ 'ਚ। ਭੀਮ ਚੰਦ ਨੇ ਆ ਕੇ ਗੁਰੂ ਚਰਨਾਂ 'ਚ ਪ੍ਰਣਾਮ ਕੀਤੀ ਹੈ। ਅਰਪ ਅਕੋਰਨ ਕੋ ਹਾਥ ਜੋਰ ਪ੍ਰਭੂ ਔਰ ਜਿਹੜੀਆਂ ਭੇਟਾਵਾਂ ਲੈ ਕੇ ਆਇਆ ਸੀ ਗੁਰੂ ਪਾਤਸ਼ਾਹ ਕੋਲ ਭੇਟਾ ਕਰਕੇ ਹੱਥ ਜੋੜ ਕੇ ਸਤਿਗੁਰਾਂ ਦੇ ਸਾਨਮੁਖ ਖੜਾ ਹੈ। ਬੈਠਿਓ ਸੋਭੀ ਲੋਕ ਮੋਦ ਪ੍ਰਸ਼ਨ ਬਖਾਨੀਓ। ਸਤਿਗੁਰੂ ਜੀ ਦੀ ਆਗਿਆ ਪ੍ਰਾਪਤ ਕਰਕੇ ਜਿੱਥੇ ਭੀਮ ਚੰਦ ਦੇ ਬੈਠਣ ਦਾ ਪ੍ਰਬੰਧ ਕੀਤਾ ਹੋਇਆ ਸੀ, ਉੱਥੇ ਨੂੰ ਬਿਠਾਇਆ। ਬੜੀ ਖੁਸ਼ੀ ਦੇ ਨਾਲ ਇਹ ਮਹਾਰਾਜ ਜੀ ਦੀ ਆਗਿਆ ਪ੍ਰਾਪਤ ਕਰਕੇ ਬੈਠਾ ਹੈ। ਆਪ ਕੀ ਕਿਰਪਾ ਤੇ ਮੋਕੋ ਕੁਸ਼ਲ ਕਲਿਆਣ ਸਭ। ਇਹਦੇ ਨਾਲ ਦੇ ਆਏ ਹੋਏ ਦੇ ਅਹਿਲਕਾਰ ਵਜ਼ੀਰ ਉਹ ਵੀ ਸਾਰੇ ਜਿੱਥੇ ਥਾਂ ਮਿਲੀ ਬੈਠ ਗਏ। ਸਤਿਗੁਰੂ ਜੀ ਨੇ ਪੁੱਛਿਆ, ਹਾਂ ਰਾਜਾ ਭੀਮ ਚੰਦ ਰਾਜੀ ਖੁਸ਼ੀ ਹੈ? ਤਾਂ ਇਹ ਸੁਣਦਿਆਂ ਭੀਮ ਚੰਦ ਨੇ ਕਿਹਾ, ਮਹਾਰਾਜ ਆਪ ਜੀ ਦੀ ਕਿਰਪਾ ਹੈ, ਤੁਹਾਡੀ ਦਇਆ ਨਾਲ ਰਾਜੀ ਖੁਸ਼ੀ ਹਾਂ। ਦੁਰਲਭ ਦਰਸ ਤੇ ਹਰਖ ਔਰ ਮਾਨਿਓ। ਮਹਾਰਾਜ ਆਪ ਜੀ ਦੇ ਦਰਸ਼ਨ ਦੁਰਲਭ ਹਨ। ਕਿਤਨੀ ਦੇਰ ਬਾਅਦ ਮੈਂ ਆਪ ਜੀ ਦੇ ਦੁਬਾਰਾ ਦਰਸ਼ਨ ਕਰ ਰਿਹਾ ਤੇ ਇਹਨਾਂ ਦੁਰਲਭ ਦਰਸ਼ਨਾਂ ਨੂੰ ਪ੍ਰਾਪਤ ਕਰਕੇ ਮੇਰੇ ਮਨ 'ਚ ਬੜਾ ਭਾਰੀ ਹਰਖ ਹੈ, ਖੁਸ਼ੀ ਹੈ। ਕਰਾਮਾਤ ਸਾਹਿਬ ਅਜਾਇਬ ਚਰਿਤ੍ਰ ਤੁਮ। ਮਹਾਰਾਜ ਆਪ ਜੀ ਕਰਾਮਾਤਾਂ ਦੇ ਸਾਹਿਬ ਹੋ ਔਰ ਆਪ ਜੀ ਦੇ ਅਜਾਇਬ ਚਰਿੱਤਰ ਹਨ, ਜਿਹੜੇ ਸਾਡੇ ਵਰਗੇ ਮਨੁੱਖਾਂ ਦੀ ਸਮਝ ਵਿੱਚ ਨਹੀਂ ਆਉਂਦੇ। ਫੇਰ ਮਨ ਦੇ ਤੋ ਕੇ ਫੇਰ ਮਨ ਲੈ ਤੋ। ਇੱਕ ਗੱਲ ਬੜੀ ਟਿਕਾਣੇ ਦੀ ਕਹੀ ਹੈ ਰਾਜੇ ਭੀਮ ਚੰਦ ਨੇ। ਕਹਿੰਦਾ, ਮਹਾਰਾਜ ਤੁਸੀਂ ਆਪ ਹੀ ਸਾਡਾ ਮਨ ਆਪਣੇ ਤੋਂ ਫੇਰ ਦਿਓ ਤਾਂ ਫਿਰ ਜਾਂਦਾ ਹੈ, ਜੇ ਮੁੜ ਕੇ ਫਿਰ ਆਪਣੇ ਵੱਲ ਲਾਓ ਤੇ ਫਿਰ ਤੁਹਾਡੇ ਵੱਲ ਫਿਰ ਕੇ ਆ ਜਾਂਦਾ ਹੈ। ਇਹ ਸਭ ਕੁਝ ਤੁਹਾਡੇ ਹੱਥ ਵਿੱਚ ਹੀ ਹੈ। ਔਰ ਇਹ ਗੱਲ ਬੜੀ ਟਿਕਾਣੇ ਦੀ ਕਹੀ ਹੈ ਭੀਮ ਚੰਦ ਨੇ। ਆਪ ਹੀ ਤੁਸੀਂ ਮਨ ਫੇਰਦੇ ਹੋ ਤੇ ਫਿਰ ਜਾਂਦਾ, ਦੂਰ ਹੋ ਜਾਂਦਾ ਤੁਹਾਡੇ ਤੋਂ। ਪਰ ਜੇ ਫੇਰ ਕੇ ਮੁੜ ਕੇ ਤਰਸ ਕਰਕੇ ਫੇਰ ਲੈ ਆਓ ਆਪਣੇ ਵੱਲ ਤੇ ਫਿਰ ਤੁਹਾਡੇ ਵੱਲ ਆ ਜਾਂਦਾ ਹੈ। ਮੋਤੇ ਅਪਰਾਧ ਭਇਓ ਭੂਲ ਕੈ ਅਸਾਧ ਥੀਓ। ਭੀਮ ਚੰਦ ਨੇ ਆਪਣੀ ਗਲਤੀ ਦੀ ਖਿਮਾ ਯਾਚਨਾ ਕੀਤੀ ਹੈ। ਕਹਿਣ ਲੱਗਾ, ਮਹਾਰਾਜ ਮੇਰੇ ਕੋਲੋਂ ਅਪਰਾਧ ਹੋਇਆ ਹੈ, ਮੈਂ ਬੜਾ ਵੱਡਾ ਅਸਾਧ ਪਾਪ, ਜਿਹੜੀ ਅਸਾਧ ਭੁੱਲ ਹੈ ਬਖਸ਼ੀ ਨਹੀਂ ਜਾ ਸਕਦੀ, ਉਹ ਭੁੱਲੋ ਪਾਪ ਮੈਂ ਆਪ ਜੀ ਦੇ ਨਾਲ ਕੀਤਾ ਹੈ। ਅਧਿਕ ਉਪਾਦ ਕੀਓ ਦ્વੈਸ਼ ਬਿਨ ਹੇਤੁ। ਬਿਨਾਂ ਕਾਰਨ ਤੋਂ ਹੀ ਮੈਂ ਆਪ ਜੀ ਦੇ ਨਾਲ ਵੱਡੀ ਭਾਰੀ ਦ્વੈਸ਼ ਰਚੀ ਹੈ। ਬਿਨਾਂ ਕਾਰਨ ਤੋਂ ਹੀ ਆਪ ਜੀ ਦੇ ਨਾਲ ਦ્વੈਸ਼ ਦੀ ਬਿਰਤੀ ਨੂੰ ਚਿਤਵਿਆ ਹੈ। ਰਾਵਰੋ ਬਿਰਦ ਬਖਸ਼ਿੰਦ ਸੁਨਿਓ ਬ੍ਰਿੰਦ ਹੂੰ ਤੋਂ। ਮਹਾਰਾਜ ਮੈਂ ਬਹੁਤਿਆਂ ਕੋਲੋਂ ਸੁਣਿਆ ਕਿ ਆਪ ਜੀ ਦਾ ਬਿਰਦ ਹੈ ਕਿ ਜਿਹੜਾ ਸ਼ਰਨ ਆਉਂਦਾ ਹੈ ਉਹਦੀਆਂ ਸਾਰੀਆਂ ਭੁੱਲਾਂ ਬਖਸ਼ ਦਿੰਦੇ ਹੋ। ਇਹ ਬਿਰਦ ਮੈਂ ਬੜਿਆਂ ਜਣਿਆਂ ਕੋਲੋਂ ਆਪ ਜੀ ਦਾ ਸੁਣਿਆ ਹੈ। ਬਖਸ਼ੋ ਖਿਮਾ ਕੇ ਨਿਧ ਕਰੋ ਨਾਨਕੇ ਤੋ। ਕਿ ਤੁਸੀਂ ਕਰੁਣਾ ਦੇ ਘਰ ਹੋ, ਖਿਮਾ ਨਿਧ ਹੋ, ਜਿਹੜਾ ਤੁਹਾਡੀ ਸ਼ਰਨ ਆ ਜਾਂਦਾ ਉਹਨੂੰ ਤੁਸੀਂ ਬਖਸ਼ ਲੈਂਦੇ ਹੋ। ਮਹਾਰਾਜ ਆਪ ਜੈਸਾ ਬਖਸ਼ੰਦ ਕੋਈ ਨਹੀਂ। ਮੈਂ ਬੜਿਆਂ ਕੋਲੋਂ ਸੁਣਿਆ ਕਿ ਮਹਾਰਾਜ ਆਪ ਜੈਸਾ ਬਖਸ਼ਣਹਾਰ ਕੋਈ ਨਹੀਂ। ਮਹਾਰਾਜ ਸਾਡੇ ਵਰਗਾ ਭੁੱਲਣਹਾਰ ਕੋਈ ਨਹੀਂ ਔਰ ਤੁਹਾਡੇ ਵਰਗਾ ਬਖਸ਼ਣਹਾਰ ਬਖਸ਼ਿੰਦ ਕੋਈ ਨਹੀਂ। ਆਪ ਜੀ ਦੀ ਇਹ ਸੋਭਾ ਮੈਂ ਬਹੁਤਿਆਂ ਦੀ ਜ਼ੁਬਾਨੀ ਸੁਣੀ ਹੈ ਕਿ ਤੁਸੀਂ ਕਿਰਪਾ ਦੇ ਨਕੇਤ ਹੋ, ਕਿਰਪਾ ਦੇ ਘਰ ਹੋ। ਰਾਖੀਏ ਸ਼ਰਨ ਤੁਮ ਤਾਰਨ ਤਰਨ ਰੂਪ। ਹੇ ਤਾਰਨ ਤਰਨ ਰੂਪ, ਮੈਂ ਤੁਹਾਡੀ ਸ਼ਰਨ ਵਿੱਚ ਆ, ਮੈਨੂੰ ਰੱਖ ਲਓ। ਖਾਲਸਾ ਜੀ, ਇਨਸਾਨੀ ਮਨ ਦੀ ਫਿਤਰਤ ਕਈ ਵਾਰ ਕਈ ਰੰਗ ਬਦਲਦੀ ਹੈ।
ਕਰਮਾਂ ਦੀ ਗਤੀ ਜਦੋਂ ਨਾਲ ਚੱਲਦੀ ਹੈ, ਕੁਸੰਗੀਆਂ ਦਾ ਸੰਗ ਜਦੋਂ ਪ੍ਰਭਾਵ ਪਾਉਂਦਾ ਹੈ, ਕਿਵੇਂ ਇੱਕਦਮ ਫਿਰ ਬਿਰਤੀ ਵਿਚਲਿਤ ਹੋ ਜਾਂਦੀ ਹੈ। ਉਹੀ ਭੀਮ ਚੰਦ ਜਿਹੜਾ ਵਿਰੋਧੀ ਬਣਿਆ ਹੋਇਆ ਸੀ, ਹੁਣ ਇੱਕਦਮ ਇਹਦਾ ਮਨ ਕੁਝ ਐਸਾ ਹੋਇਆ ਕਿ ਪ੍ਰਭਾਵਿਤ ਵੀ ਹੋਇਆ ਸਤਿਗੁਰਾਂ ਤੋਂ। ਪਰ ਫਿਰ ਜਦੋਂ ਕੁਸੰਗੀ ਖੋਟੇ ਪੁਰਸ਼ ਮਿਲਦੇ ਨੇ, ਜਾਂ ਇਸ ਤਰ੍ਹਾਂ ਕਹਿ ਸਕਦੇ ਹਾਂ ਦਿੱਲੀ ਦਰਬਾਰ ਵੱਲੋਂ ਕੋਈ ਰਾਜਨੀਤਿਕ ਪ੍ਰਭਾਵ ਭੀਮ ਚੰਦ ਤੇ ਪੈਂਦਾ ਹੋਵੇਗਾ, ਤਦੇ ਗੁਰੂ ਸਾਹਿਬ ਦਾ ਵਿਰੋਧ ਕਰਦਾ, ਇੱਕਦਮ ਫਿਰ ਵਿਰੋਧੀ ਹੋ ਜਾਂਦਾ ਹੈ। ਯਾਨੀ ਕਿ ਦਿੱਲੀ ਦਰਬਾਰ ਦੇ ਜਿਹੜੇ ਲੋਕ ਸਨ ਉਸ ਵੇਲੇ ਦੇ, ਉਹ ਇਹਦੇ ਮੋਢੇ ਤੇ ਰੱਖ ਕੇ ਚਲਾਉਣਾ ਚਾਹੁੰਦੇ, ਆਪ ਸਾਹਮਣੇ ਨਹੀਂ ਸਨ ਆਉਣਾ ਚਾਹੁੰਦੇ। ਹਾਂਜੀ। ਕਾਰਨ ਕਰਨ ਵੱਡੇ ਵੀਰ ਜੰਗ ਖੇਤ ਹੋ। ਮਹਾਰਾਜ ਤੁਸੀਂ ਕਾਰਨ ਕਰਨ ਹੋ, ਵੱਡੇ ਵੀਰ ਹੋ ਜੰਗ ਦੇ ਮੈਦਾਨ ਦੇ। ਇਹ ਮੈਂ ਜਾਣਿਆ ਹੈ ਕਿ ਤੁਸੀਂ ਜੰਗ ਦੇ ਮੈਦਾਨ ਦੇ ਮਹਾਨ ਵੀਰ ਯੋਧੇ ਹੋ। ਆਪ ਜੀ ਦੇ ਸਾਨੀ ਕੋਈ ਨਹੀਂ ਕਿ ਜੰਗ ਦੇ ਮੈਦਾਨ 'ਚ ਜੈਸੀ ਵੀਰਤਾ ਆਪ ਜੀ ਕੋਲ ਹੈ, ਐਸਾ ਸਾਨੀ ਆਪ ਜੀ ਦਾ ਕੋਈ ਨਹੀਂ। ਸੋਨੋ ਅਚਲੇਸ਼ ਦ્વੈਸ਼ ਕਾਰਨ ਅਸ਼ੇਸ਼ ਜੋਈ। ਮਹਾਰਾਜ ਸੱਚੇ ਪਾਤਸ਼ਾਹ ਜੀ ਬੋਲੇ, ਕਹਿਣ ਲੱਗੇ, ਹੇ ਅਚਲੇਸ਼, ਹੇ ਰਾਜਾ ਪਹਾੜੀ ਰਾਜੇ ਭੀਮ ਚੰਦ, ਕਾਰਨ ਭਾਵੇਂ ਜਿਤਨੇ ਵੀ ਹੋਣ, ਪੂਰਬ ਕਰੇ ਹੈ ਤੁਮ ਚਿਤ ਜਾਣ ਲੀਜੀਏ। ਜੋ ਤੁਸੀਂ ਪਹਿਲਾਂ ਕੀਤੇ ਨੇ ਉਹ ਤੁਸੀਂ ਚਿੱਤ ਵਿੱਚ ਜਾਣ ਲਓ। ਨਿਪਟ ਕਪਟ ਧਾਰ ਕੁੰਚਰ ਕੋਲੇ ਬੇਹਤ। ਤੁਸੀਂ ਆਪ ਖੁਦ ਪਹਿਲਾਂ ਆਪਣੇ ਹਿਰਦੇ 'ਚ ਕਪਟ ਧਾਰਨ ਕਰਕੇ ਸਾਡਾ ਹਾਥੀ ਹਥਿਆਉਣਾ ਚਾਹਿਆ। ਮਹਾਰਾਜ ਜੀ ਨੇ ਗੱਲਬਾਤ ਕੀਤੀ ਹੈ ਵੀ ਸ਼ੁਰੂਆਤ ਕਿੱਥੋਂ ਹੋਈ ਹੈ ਤੁਹਾਡੇ ਅੰਦਰੋਂ ਕਪਟ ਦੀ। ਜਦੋਂ ਬੋ ਆਉਣ ਲੱਗ ਪਈ, ਬਦਬੂ ਆਉਣ ਲੱਗ ਪਈ ਤੁਹਾਡੇ ਅੰਦਰੋਂ ਛਲ ਦੀ, ਉਹ ਮਹਾਰਾਜ ਜੀ ਦੱਸ ਰਹੇ ਨੇ। ਸਭ ਤੋਂ ਪਹਿਲਾਂ ਤੁਹਾਡੇ ਅੰਦਰੋਂ ਜਿਹੜੀ ਕਪਟ ਦੀ ਬੂ ਪੈਦਾ ਹੋਈ ਰਾਜਾ ਭੀਮ ਚੰਦ ਜੀ, ਉਹਨੂੰ ਥੋੜ੍ਹਾ ਜਿਹਾ ਚਿਤਾਰੋ, ਆਪਣੇ ਅੰਦਰ ਸਵੈ ਚਿੰਤਨ ਕਰਕੇ ਵੇਖੋ ਕਿ ਜਦੋਂ ਤੁਸੀਂ ਹਾਥੀ ਹਥਿਆਉਣ ਵਾਸਤੇ ਆਪਣੇ ਮਨ 'ਚ ਕਪਟ ਤੇ ਫਰੇਬ ਰਚਿਆ ਸੀ, ਬਾਰ ਬਾਰ ਪੱਠੇ ਨਰ ਨਿਰਾਧਾਰ ਕੀਜੀਏ। ਹਾਲਾਂਕਿ ਅਸੀਂ ਇੱਕ ਵਾਰ ਜਵਾਬ ਦੇ ਚੁੱਕੇ ਸੀ, ਸਪਸ਼ਟ ਰੂਪ 'ਚ ਦੱਸ ਚੁੱਕੇ ਸੀ ਕਿ ਸਾਡੀਆਂ ਸਿੱਖਾਂ ਦੀਆਂ ਭੇਟਾਵਾਂ ਨੇ, ਇਹਨਾਂ ਨਾਲ ਸਾਡੇ ਸਿੱਖਾਂ ਦੀਆਂ ਆਸਥਾਵਾਂ ਜੁੜੀਆਂ ਹੋਈਆਂ ਨੇ। ਉਹਨਾਂ ਨੇ ਸਾਨੂੰ ਭੇਟਾ ਕੀਤੀਆਂ, ਅੱਗੇ ਅਸੀਂ ਕਿਸੇ ਨੂੰ ਨਹੀਂ ਦੇ ਸਕਦੇ। ਪਰ ਤੂੰ ਬਾਰ-ਬਾਰ ਆਪਣੇ ਵਜ਼ੀਰ ਭੇਜਦਾ ਰਿਹਾ, ਕਦੇ ਛਲ ਬਲ ਕਪਟ ਕਰਕੇ, ਕਦੇ ਪੈਸਿਆਂ ਦਾ ਲਾਲਚ ਦਿੰਦਾ ਰਿਹਾ ਜੀ ਮੈਂ ਤਾਂ ਭੇਟਾ ਦਿਆਂਗਾ ਨਾਲ ਆਪ ਜੀ ਨੂੰ। ਇੱਦਾਂ ਦੀਆਂ ਗੱਲਾਂ ਰਾਜਾ ਭੀਮ ਚੰਦ ਹੋਛੇਪਨ ਵਾਲੀਆਂ ਇੱਕ ਰਾਜੇ ਨੂੰ ਨਹੀਂ ਸੌਂਪਦੀਆਂ। ਫਿਰ ਉਹ ਵੀ ਇੱਕ ਗੁਰੂ ਪੀਰ ਦੇ ਨਾਲ ਇੱਦਾਂ ਦਾ ਛਲ ਕਪਟ ਕਰਨਾ, ਇਹ ਯੋਗ ਨਹੀਂ ਹੈ ਰਾਜਨ ਜੋ ਤੁਸੀਂ ਕੀਤਾ ਹੈ। ਸ਼ਾਰ ਮੋਰ ਦੇਸ਼ ਗਏ ਤਾਂ ਵੀ ਉਪਾਦ ਕਏ। ਅਸੀਂ ਇਸ ਉਪਾਧੀ ਨੂੰ ਮਿਟਾਉਣ ਲਈ ਸਾਰਮੌਰ ਰਿਆਸਤ ਵਿੱਚ ਪੌਂਟਾ ਸਾਹਿਬ ਚਲੇ ਗਏ। ਉੱਥੇ ਜਾ ਕੇ ਕੁਝ ਸਮੇਂ ਲਈ ਅਸੀਂ ਨਿਵਾਸ ਰੱਖਿਆ। ਸਾਰੇ ਗੇਰ ਤਾਰਨ ਕਿਸੇ ਨਾ ਸੋ ਲਖੀਜੀਏ। ਤੇ ਉੱਥੇ ਵੀ ਤੁਸਾਂ ਨੇ ਕੀ ਕੀਤਾ, ਸਾਰੇ ਪਹਾੜੀ ਰਾਜਿਆਂ ਦੀਆਂ ਫੌਜਾਂ ਇਕੱਠੀਆਂ ਕਰਕੇ ਸਾਡੇ ਤੇ ਉੱਥੇ ਭੇਜ ਦਿੱਤੀਆਂ। ਜਿਹੜਾ ਵਿਵਾਦ ਹੋਇਆ ਸੀ ਉਹ ਕਥਾ ਪਿੱਛੇ ਵਿਸਥਾਰ ਸਹਿਤ ਆਪ ਜੀ ਨੇ ਸੁਣੀ ਹੈ ਕਿ ਜਦੋਂ ਇਹ ਬਰਾਤ ਲੈ ਕੇ ਪੌਂਟਾ ਸਾਹਿਬ ਕੋਲੋਂ ਲੰਘਣ ਲੱਗਾ ਸੀ, ਇਹਦੀ ਨੀਅਤ ਠੀਕ ਨਹੀਂ ਸੀ, ਕਿਉਂਕਿ ਜੇ ਕੱਲੀ ਬਰਾਤ ਲੈ ਕੇ ਗਿਆ ਹੁੰਦਾ ਤੇ ਗੁਰੂ ਸਾਹਿਬ ਕਦੇ ਨਾ ਰੋਕਦੇ ਲੰਘ, ਪਰ ਇਹਦੇ ਨਾਲ ਫੌਜਾਂ ਸਨ। ਇਹਦੀ ਬਿਰਤੀ ਇਹ ਸੀ ਵੀ ਲੰਘਦਿਆਂ ਲੰਘਦਿਆਂ ਗੁਰੂ ਸਾਹਿਬ ਦਾ ਡੇਰਾ ਵੀ ਲੁੱਟ ਕੇ ਲੈ ਜਾਾਂਗੇ ਨਾਲ। ਤੇ ਰਾਜਨੀਤੀ ਕਦੇ ਜਾ ਕੇ ਥੋੜ੍ਹੀ ਦੇ ਸਕਦੀ ਸੀ ਵੀ ਅਸੀਂ ਜਾਣ ਬੁੱਝ ਕੇ ਦੁਸ਼ਮਣ ਨੂੰ ਕਹੀਏ ਵੀ ਆ ਜਾਓ, ਲੰਘ ਜਾਓ ਸਾਡੇ ਕੋਲੋਂ। ਤੋ ਗੁਰਦੇਵ ਨੇ ਰੋਕਣਾ ਉਹ ਜਾਇਜ਼ ਸਮਝਿਆ। ਫਿਰ ਇਹਦੇ ਲੜਕੇ ਨੂੰ ਬੇਨਤੀ ਕਰਨ ਤੇ ਮਹਾਰਾਜ ਨੇ ਲੰਘਣ ਵੀ ਦੇ ਦਿੱਤਾ। ਜੇ ਗੁਰੂ ਸਾਹਿਬ ਨੇ ਵੀ ਕਿਹਾ ਸੀ ਵੀ ਤੂੰ ਕੱਲੀ ਬਰਾਤ ਲੈ ਕੇ ਜਾਣੀ, ਫੌਜ ਪਿੱਛੇ ਛੱਡ ਦੇ, ਪੁੱਤਰ ਵਿਆਹਣ ਚੱਲਿਆ, ਤੂੰ ਉੱਥੇ ਜੰਗ ਥੋੜ੍ਹੀ ਲੜਨ ਚੱਲਿਆ, ਤੇ ਲੰਘ ਜਾ, ਪਰ ਇਹਨੇ ਉਹ ਗੱਲ ਕਬੂਲ ਨਾ ਕੀਤੀ। ਗੁਰੂ ਸਾਹਿਬ ਕਹਿੰਦੇ ਫਿਰ ਦੂਜੇ ਪਾਸਿਓਂ ਜਾ, ਫਿਰ ਇੱਧਰੋਂ ਤਾਂ ਨਹੀਂ ਜਾ ਸਕਦਾ। ਮਹਾਰਾਜ ਕਹਿੰਦੇ ਉਹ ਸੁਭਾਵਕ ਕਹੀ ਹੋਈ ਗਈ, ਉੱਥੇ ਵੀ ਤੁਹਾਡਾ ਛਲ ਸੀ, ਪਰ ਤੁਸਾਂ ਨੇ ਸਾਰੇ ਰਾਜਿਆਂ ਨੂੰ ਇਕੱਠਿਆਂ ਕਰਕੇ ਉਹਨਾਂ ਦੀਆਂ ਸਾਰੀਆਂ ਫੌਜਾਂ ਰਾਜੇ ਫਤਿਹ ਸ਼ਾਹ ਦੇ ਮਤਾਹਿਤ ਕਰਕੇ ਸਾਡੇ ਤੇ ਹਮਲਾ ਕਰਨ ਲਈ, ਜੰਗ ਕਰਨ ਲਈ ਭੇਜ ਦਿੱਤੀਆਂ। ਤੁਮਰੇ ਗਰਬ ਭੋ ਪਾਇਨ ਕੋ ਭਇਓਰ। ਤੇਰੇ ਮਨ 'ਚ ਹੰਕਾਰ ਸੀ ਵੀ ਮੇਰੇ ਭਰਾ ਨੇ ਪਹਾੜੀ ਰਾਜੇ, ਆਪਣੇ ਭਰਾਵਾਂ ਦਾ ਬੜਾ ਤੈਨੂੰ ਮਾਣ ਸੀ,
ਉਹਨਾਂ ਦਾ ਤੈਨੂੰ ਬੜਾ ਹੰਕਾਰ ਸੀ। ਹਮਰੇ ਸਹਾਏ ਅਸ ਕੇਤ ਕੋ ਜਨੀਜੀਏ। ਪਰ ਹੇ ਰਾਜਾ, ਇੱਕ ਗੱਲ ਤੈਨੂੰ ਅਸੀਂ ਦੱਸ ਦਈਏ, ਸਪਸ਼ਟ ਕਰ ਦਈਏ ਕਿ ਸਾਡੀ ਸਹਾਇਤਾ ਵਿੱਚ ਅਕਾਲ ਪੁਰਖ ਜੀ ਹਨ। ਅਸਕੇਤ, ਅਸਕੇਤ ਦਾ ਮਤਲਬ ਹੈ ਜਿਸ ਦਾ ਕੇਤੂ, ਜਿਸ ਦਾ ਝੰਡਾ, ਜਿਸ ਦਾ ਧਵਜ ਉਹ ਖੰਡੇ ਦੇ ਨਾਲ ਜਾਂ ਕਿਰਪਾਨ ਦੇ ਨਾਲ, ਸ਼ਸਤਰ ਦੇ ਨਾਲ ਜਾਂ ਭਗਉਤੀ ਦੇ ਨਾਲ ਸੁਸ਼ੋਭਿਤ ਹੈ, ਉਹ ਅਕਾਲ ਪੁਰਖ, ਉਹ ਸਾਡਾ ਸਹਾਈ। ਜੇ ਤੈਨੂੰ ਆਪਣੇ ਭਰਾਵਾਂ ਦਾ ਭਰੋਸਾ ਸੀ ਤੇ ਸਾਨੂੰ ਉਹਦਾ ਭਰੋਸਾ ਸੀ। ਭਾਰੀ ਭੁਜਾਨ ਕੋ ਭਾਰੀ ਭਰੋਸੋ, ਉਹਦਾ ਸਾਨੂੰ ਭਰੋਸਾ ਸੀ। ਪਾਈ ਜੰਗ ਜੀਤ ਬੇਕੀ ਲక్ష్ਮੀ ਪਰਾਜੈ ਰਿਪ। ਉਸ ਅਕਾਲ ਪੁਰਖ ਦੀ ਕਿਰਪਾ ਨਾਲ ਅਸੀਂ ਉਸ ਜੰਗ ਦੇ ਵਿੱਚ ਜਿੱਤ ਪ੍ਰਾਪਤ ਕੀਤੀ, ਵਿਜੈ ਲక్ష్ਮੀ ਪ੍ਰਾਪਤ ਕੀਤੀ। ਇਸਮ ਆਨੰਦਪੁਰ ਆਪਨੋ ਵਿਚਾਰ ਕਰ। ਪੂਰੇ ਆਨੰਦਪੁਰ ਸਾਹਿਬ, ਇਸਮ ਦਾ ਮਤਲਬ ਹੁੰਦਾ ਵੀ ਪੂਰੇ ਹੱਕ ਮੂਜਬ ਸਹਿਤ ਇਹ ਜਗ੍ਹਾ ਸਾਡੀ, ਇਹਦੇ ਤੇ ਕੋਈ ਸਰਕਾਰੀ ਟੈਕਸ ਨਹੀਂ, ਕੋਈ ਲਗਾਨ ਨਹੀਂ, ਵੀ ਜਿਹੜੀ ਸਿੱਧੀ ਆਪ ਬੈਕ ਖਰੀਦੀ ਹੋਈ ਜਗ੍ਹਾ ਹੁੰਦੀ ਹੈ, ਮੇਰੀ ਆਪਣੀ ਪਰਸਨਲ ਜਗ੍ਹਾ ਹੈ, ਉਹਦੇ ਤੇ ਫਿਰ ਕਿਸੇ ਪ੍ਰਕਾਰ ਦਾ ਦੂਜੇ ਦਾ ਕੋਈ ਹੱਕ ਦਖਲਅੰਦਾਜ਼, ਉਹਨੂੰ ਇਸਮ ਦਾ ਇਲਾਕਾ ਕਹਿੰਦੇ ਆਨੰਦਪੁਰ ਸਾਹਿਬ ਸਾਡਾ ਇਸਮ ਹੈ। ਆਨ ਕੈ ਸੰਭਾਰ ਕਰ ਲੋਕਨ ਹਕਾਰ ਕਰ। ਇੱਥੇ ਅਸੀਂ ਵਾਪਸ ਆਏ ਹਾਂ, ਆਪਣੀ ਨਗਰੀ ਦੀ ਸੰਭਾਲ ਕੀਤੀ। 4 ਸਾਲ 4.5 ਸਾਲ ਮਹਾਰਾਜ ਜੀ ਪੌਂਟਾ ਸਾਹਿਬ ਰਹੇ ਨੇ, ਤੇ ਆਨੰਦਪੁਰ ਸਾਹਿਬ ਤੋਂ 4.5 ਸਾਲ ਤਕਰੀਬਨ ਬਾਹਰ ਰਹਿਣਾ। ਤੇ ਫਿਰ ਆਨੰਦਪੁਰ ਸਾਹਿਬ ਵਿੱਚ ਕੋਈ ਰੌਣਕ ਉੱਦਾਂ ਦੀ ਥੋੜ੍ਹੀ ਹੋਣੀ ਹੈ ਜਿਹੜੀ ਗੁਰੂ ਸਾਹਿਬ ਦੇ ਵੇਲੇ ਸੀ। ਮਹਾਰਾਜ ਕਹਿੰਦੇ ਵਾਪਸ ਆ ਕੇ ਮੁੜ ਅਸੀਂ ਆਪਣੇ ਨਗਰ ਦੀ ਸੰਭਾਲ ਕੀਤੀ, ਬਹੁਤ ਸਾਰਿਆਂ ਲੋਕਾਂ ਨੂੰ ਲਿਆ ਕੇ ਸ੍ਰੀ ਆਨੰਦਪੁਰ ਸਾਹਿਬ ਵਿੱਚ ਵਸਾਇਆ। ਬਾਸ ਕੋ ਉਦਾਰ ਕਰ ਮੋਦ ਨਰ ਨਾਰ ਕਰ। ਔਰ ਸਭ ਨੂੰ ਇੱਥੇ ਨਿਵਾਸ ਦੇ ਕੇ ਸਭ ਨੂੰ ਖੁਸ਼ੀ ਦਿੱਤੀ ਹੈ, ਖੇੜਾ ਪ੍ਰਦਾਨ ਕੀਤਾ ਹੈ। ਸੁਪਟ ਸੇਦਾਰੈ ਕਿਤ ਕਾਸ ਕੋ ਨਿਹਾਰੈ ਲਿਤ। ਹੁਣ ਜਿਹੜੇ ਸਾਡੇ ਸੂਰਮੇ ਨੇ, ਯੋਧੇ ਨੇ, ਫੌਜਾਂ ਨੇ, ਘੋੜਿਆਂ ਲਈ ਘਾਹ ਪੱਠਾ ਲੈਣ ਲਈ ਕਿਤੇ ਬਾਹਰ ਜਾਂਦੇ ਹਨ, ਅਪਰ ਬਿਗਾਰ ਕੋ ਕਰਤ ਨਾ ਪਧਾਰ ਕਰ। ਇਹ ਹੋਰ ਤਾਂ ਕੋਈ ਵਿਗਾੜ ਨਹੀਂ ਕਰਦੇ ਜਾ ਕੇ ਕਿਸੇ ਤਰ੍ਹਾਂ ਦਾ। ਜਿਹੜੇ ਲੋਕ ਤੇਰੇ ਕੋਲ ਜਾ ਕੇ ਸ਼ਿਕਾਇਤਾਂ ਕਰਕੇ ਤੇਰੇ ਕੰਨ ਭਰਦੇ ਆ, ਭੀਮ ਚੰਦ ਥੋੜੀ ਦਰਿਆਫਤ ਕਰੀ ਇਸ ਗੱਲ ਦੀ। ਅਣਹੋਈਆਂ ਬਾਤਾਂ ਜਾ ਕੇ ਤੇਰੇ ਕੋਲ ਕੀਤੀਆਂ ਜਾਂਦੀਆਂ ਨੇ। ਸਾਡੀ ਫੌਜ ਘਾਹ ਪੱਠਾ ਲੈਣ ਵਾਸਤੇ, ਹੁਣ ਜੰਗਲ ਹੈ ਆਲੇ ਦੁਆਲੇ, ਉੱਥੋਂ ਘਾਹ ਵੱਢਣਾ, ਉਹ ਜੰਗਲਾਂ ਦੇ ਉੱਤੇ ਜਿਹੜਾ ਉਹ ਹੋਰ ਖੇਤ ਨੇ ਬਾਹਰ ਦੇ ਖੁੱਲ੍ਹੇ ਜਿੱਥੇ ਘਾਹ ਪੱਠਾ ਉੱਗਾ ਹੋਇਆ, ਉਹਦੇ ਤੇ ਹੱਕ ਜ਼ਰੂਰੀ ਤਾਂ ਨਹੀਂ ਵੀ ਸਾਰੇ ਪਿੰਡਾਂ ਵਾਲਿਆਂ ਦਾ ਹੈ, ਉਹਦਾ ਖੁੱਲ੍ਹਾ ਹੈ, ਚਰਾਂਦਾ ਨੇ, ਪਸ਼ੂਆਂ ਲਈ ਕੋਈ ਵੀ ਉੱਥੋਂ ਘਾਹ ਪੱਠਾ ਵੱਢ ਸਕਦਾ ਹੈ। ਤੋ ਮਹਾਰਾਜ ਜੀ ਕਹਿੰਦੇ ਸਾਡੇ ਸੂਰਮੇ ਜਾਂਦੇ ਹਨ, ਹੋਰ ਕਿਸੇ ਦਾ ਕੋਈ ਵਿਗਾੜ ਨਹੀਂ ਕਰਦੇ। ਗੁਰੂ ਘਰ ਸਾਥ ਅਬ ਮਿਲੇ ਜੋਰ ਹਾਥ ਤੁਮ। ਤੁਸੀਂ ਹੁਣ ਜੇ ਗੁਰੂ ਘਰ ਨਾਲ ਮਿਲੇ ਰਹੋਗੇ, ਭੀਮ ਚੰਦ ਗੁਰੂ ਘਰ ਨਾਲ ਮਿਲਾਪ ਰੱਖੋਗੇ, ਜਾਂ ਤੇ ਹਮ ਛਿਮਾ ਧਾਰ ਬਰ ਜੈ ਉਚਾਰ ਕਰ। ਜਦੋਂ ਸੁਭਾਵਕ ਹੈ ਫੌਜਾਂ ਜਾਂਦੀਆਂ ਨੇ ਬਾਹਰ ਤਿਆਰ ਬਰ ਤਿਆਰ ਹੋ ਕੇ, ਤੇ ਮਾੜਾ ਮੋਟਾ ਬਾਰ ਬਕਾਰਾ ਹੁੰਦਾ ਰਹਿੰਦਾ ਹੈ। ਤੇ ਜੇ ਤੂੰ ਗੁਰੂ ਘਰ ਨਾਲ ਮਿਲ ਕੇ ਰਹੇਗਾ, ਇਦਾਂ ਦਾ ਜੇ ਕੋਈ ਗੱਲ ਹੋਵੇਗੀ ਅਸੀਂ ਫੌਜ ਨੂੰ ਵਰਜ ਕੇ ਰੱਖਾਂਗੇ, ਰੋਕ ਕੇ ਰੱਖਾਂਗੇ। ਸੁਨ ਭੀਮ ਚੰਦ ਹਿਰਦੈ ਅਧਿਕ ਆਨੰਦ ਕਰ। ਇਹ ਸੁਣ ਕੇ ਰਾਜਾ ਭੀਮ ਚੰਦ ਬੜਾ ਖੁਸ਼ ਹੋਇਆ, ਹਿਰਦੇ ਚ ਆਨੰਦਿਤ ਹੋਇਆ ਕਿ ਗੁਰੂ ਪਾਤਸ਼ਾਹ ਨੇ ਮੇਰੀ ਬੇਨਤੀ ਨੂੰ ਸਵੀਕਾਰ ਕੀਤਾ। ਬੋਲਿਓ ਹੱਥ ਬੰਦ ਤੁਮ ਗੁਣ ਕੇ ਨਿਕੇਤੋ। ਹੱਥ ਜੋੜ ਕੇ ਬੋਲਿਆ, ਕਹਿਣ ਲੱਗਾ ਸਤਿਗੁਰੂ ਤੁਸੀਂ ਗੁਣਾਂ ਦੇ ਘਰ ਹੋ, ਗੁਣਾਂ ਦੇ ਸਮੁੰਦਰ ਹੋ, ਗੁਣਾਂ ਦਾ ਸਮੁਦਾਇ ਹੋ, ਇੱਦਾਂ ਕਹਿ ਸਕਦੇ, ਬੇਅੰਤ ਗੁਣਾਂ ਦੇ ਮਾਲਕ ਹੋ। ਸ਼ਰਨ ਪਰਤ ਹੇਰ ਰੱਛਾ ਕੋ ਕਰਤ ਫਿਰ। ਮਹਾਰਾਜ ਜਿਹੜਾ ਤੁਹਾਡੀ ਸ਼ਰਨ ਆਉਂਦਾ, ਸ਼ਰਨ ਆਏ ਨੂੰ ਵੇਖ ਕੇ ਤੁਸੀਂ ਉਹਦੀ ਰੱਖਿਆ ਕਰਦੇ ਹੋ। ਮੈਂ ਇਹ ਜਾਣਿਆ ਜਿਹੜਾ ਸ਼ਰਨ ਆਉਂਦਾ, ਸ਼ਰਨ ਆਏ ਨੂੰ ਵੇਖ ਕੇ ਉਹਦੀ ਰੱਖਿਆ ਕਰਨਾ, ਇਹ ਆਪ ਜੀ ਦਾ ਬਿਰਦ ਹੈ। ਸ਼ਰਨ ਆਵੈ ਤੇ ਸਕੰਠ ਲਾਵੈ। ਮਹਾਰਾਜ ਇਹੀ ਆਪ ਜੀ ਦਾ ਬਿਰਦ ਹੈ, ਸ਼ਰਨ ਆਇਆਂ ਨੂੰ ਪਾਲਣਾ। ਆਪ ਜੀ ਦਾ ਬਿਰਦ ਹੈ ਸ਼ਰਨ ਪਾਲਨ ਟੀਕਾ। ਸ਼ਰਨ ਪਾਲਨ ਟੀਕਾ। ਜਿੰਨੇ ਸ਼ਰਨ ਪਾਲਣ ਵਾਲੇ ਨੇ, ਕਿਸੇ ਦੀ ਸ਼ਰਨ 'ਚ ਜਾ ਕੇ ਕੋਈ ਸ਼ਰਨਾਂ ਵਾਲੇ ਪਾਲਦੇ ਨੇ ਨਾ, ਕੋਈ ਇੱਕ ਦੇਸ਼ ਦਾ ਵਿਅਕਤੀ ਦੇਸ਼ ਤੋਂ ਦੂਸਰੇ ਦੇਸ਼ ਵਿੱਚ ਜਾ ਕੇ ਸ਼ਰਨ ਲੈਂਦਾ, ਉਹ ਵੀ ਪਾਲਦੇ ਹੈ।
ਕੋਈ ਇੱਕ ਦੁਸ਼ਮਣ ਦੀ ਤੋੜ ਤੋਂ ਬਚਣ ਲਈ ਦੂਸਰੇ ਉਹਦੇ ਦੁਸ਼ਮਣ ਦੀ ਸ਼ਰਨ 'ਚ ਜਾ ਕੇ ਉਹ ਵੀ ਪਾਲਦੇ ਆ। ਪਰ ਸ਼ਰਨ ਪਾਲਣਾ ਦੇ ਵਿੱਚ ਅਗਰ ਸਭ ਤੋਂ ਕੋਈ ਮਹਾਨ ਸਿਰਮੌਰ ਹੈ ਕਿ ਜਿਹੜਾ ਵੱਡੇ ਵੱਡੇ ਗੁਨਾਹਗਾਰਾਂ ਨੂੰ ਵੀ ਸ਼ਰਨ ਆਇਆਂ ਨੂੰ ਪਾਲ ਲੈਂਦਾ ਹੈ, ਇਹ ਸਤਿਗੁਰੂ ਜੀ ਉਹ ਤੁਸੀਂ ਹੋ। ਸਿਰਮੌਰ ਸ਼ਰਨ ਪਾਲਨ ਟੀਕਾ, ਟੀਕਾ ਦਾ ਮਤਲਬ ਤਿਲਕ ਹੋ ਸ਼ਰਨ ਪਾਲਣ ਵਾਲਿਆਂ ਵਿੱਚੋਂ, ਸਿਰਮੌਰ ਹੋ, ਸਭ ਤੋਂ ਵੱਡੇ ਹੋ। ਐਸੇ ਹੋ ਮਹਾਰਾਜ ਜੀ ਆਪ ਜੀ। ਆਪ ਸੁਖ ਸੰਗ ਬਸੋ ਸਭ ਸੁਖ ਦੇਤ ਹੋ। ਮਹਾਰਾਜ ਆਪ ਜੀ ਸੁੱਖ ਨਾਲ ਵਸੋ। ਕਿਉਂ ਨਾ ਵਸੋ ਸੁੱਖ ਨਾਲ? ਭਲਾ ਤੁਸੀਂ ਸਾਰਿਆਂ ਨੂੰ ਸੁੱਖ ਦਿੰਦੇ ਜੇ, ਤੇ ਜਿਹੜਾ ਸਾਰਿਆਂ ਨੂੰ ਸੁੱਖ ਦੇਵੇ ਵੇ ਉਹ ਆਪ ਵੀ ਸਦਾ ਸੁੱਖ ਨਾਲ ਹੀ ਵਸਦਾ ਹੈ। ਅਸੀਂ ਆਪਣੇ ਅੰਦਰੋਂ ਜੋ ਕੁਝ ਬਾਹਰ ਨਿਕਾਲਦੇ ਆ ਨਾ ਧੱਕ ਕੇ, ਉਹੀ ਕੁਝ ਸਾਡੇ ਵੱਲ ਮੁੜ ਕੇ ਪਲਟ ਕੇ ਆਉਂਦਾ। ਇਹ ਗੱਲ ਯਾਦ ਰੱਖਣੀ। ਆਪਣੇ ਸਰੀਰ ਵਿੱਚੋਂ ਧੱਕ ਕੇ ਜੋ ਕੁਝ ਬਾਹਰ ਕੱਢਦੇ ਆ, ਪਲਟ ਕੇ ਉਲਟ ਕੇ, ਕਿਉਂਕਿ ਸਾਡੇ ਸਰੀਰ ਵਿੱਚ ਵੀ ਇੱਕ ਗੁਰੂਤਾ ਸ਼ਕਤੀ ਹੈ। ਧਰਤੀ 'ਚ ਗੁਰੂਤਾ ਸ਼ਕਤੀ ਹੈ ਨਾ, ਉੱਪਰ ਨੂੰ ਜਿਹੜੀ ਚੀਜ਼ ਜਾਂਦੀ ਮੁੜ ਥੱਲੇ ਆਉਂਦੀ ਹੈ, ਉਹ ਖਿੱਚ ਲੈਂਦੀ ਹੈ ਧਰਤੀ। ਅਸੀਂ ਜਿਹੋ ਜਿਹੇ ਭਾਵ, ਜਿਸ ਤਰ੍ਹਾਂ ਦੀਆਂ ਬਿਰਤੀਆਂ ਆਪਣੇ ਸਰੀਰ ਵਿੱਚੋਂ ਬਾਹਰ ਨੂੰ ਕੱਢ ਕੇ ਧੱਕਦੇ ਆ, ਉਲਟ ਕੇ ਪਲਟ ਕੇ ਮੁੜ ਕੇ ਉਹ ਫਿਰ ਸਾਡੇ ਵੱਲ ਹੀ ਆਉਂਦੀਆਂ ਨੇ। ਇਹ ਯਾਦ ਰੱਖਣਾ। ਜੇ ਇਸ ਸਰੀਰ ਦੇ ਵਿੱਚੋਂ ਕੇਵਲ ਸੁੱਖਾਂ ਨੂੰ ਹੀ ਬਾਹਰ ਧੱਕ ਕੇ ਕੱਢਾਂਗੇ, ਲੋਕਾਂ ਨੂੰ ਸੁਖਦਾਈ, ਕਿਸੇ ਲਈ ਦੁਖਦਾਈ ਨਾ ਹੋਵਾਂਗੇ, ਤਾਂ ਸੁਭਾਵਕ ਹੈ ਉਧਰੋਂ ਆਲੇ ਦੁਆਲਿਓਂ ਵੀ ਤੁਹਾਡੇ ਵੱਲ ਸੁੱਖ ਹੀ ਆਉਣਗੇ। ਇਹ ਸੁਭਾਵਕ ਹੈ। ਜੇ ਕਿਸੇ ਪ੍ਰਤੀ ਈਰਖਾ ਨੂੰ ਬਾਹਰ ਧਕੇਲ ਰਹੇ ਹੋ ਤਾਂ ਅੰਦਰ ਈਰਖਾ ਹੀ ਆਉਣੀ ਹੈ। ਦਵੈਸ਼ ਨੂੰ ਬਾਹਰ ਧਕੇਲ ਕੇ ਕੱਢ ਰਹੇ ਹੋ ਕਿਸੇ ਪ੍ਰਤੀ, ਤਾਂ ਉਹ ਦਵੈਸ਼ ਪਲਟ ਕੇ ਤੁਹਾਡੇ ਵੱਲ, ਤੁਹਾਡੇ ਪ੍ਰਤੀ ਵੀ ਆਉਣੀ ਹੈ। ਇਹ ਸੁਭਾਵਕ ਹੈ। ਇਹ ਕਹਿ ਭਾਈ ਸਾਹਿਬ, ਭਾਈ ਸੰਤੋਖ ਸਿੰਘ ਜੀ ਦਾ ਜਿਹੜਾ ਦਾਰਸ਼ਨਿਕ ਪੱਖ ਹੈ ਨਾ, ਉਹ ਬੜਾ ਡੂੰਘਾ ਹੈ। ਉਹ ਇਤਿਹਾਸ ਦੀ ਗੱਲ ਕਰਦਿਆਂ ਜਦੋਂ ਨਾਲ ਇਤਿਹਾਸ ਦੇ ਦਰਸ਼ਨ ਸ਼ਾਸਤਰ ਦੀ ਵੀ ਗੱਲ ਕਰਦੇ ਨੇ, ਗੁਰੂ ਸਾਹਿਬ ਦਾ ਜਿਹੜਾ ਦਰਸ਼ਨ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ, ਉਹ ਨਾਲ ਸਮਾਨ ਵੇਵ ਉਹ ਬੜੇ ਸੋਹਣੇ ਢੰਗ ਨਾਲ ਵਰਣਨ ਕਰ ਜਾਂਦੇ, ਬੜੇ ਸਰਲ ਸ਼ਬਦਾਂ 'ਚ ਕਰ ਜਾਂਦੇ। ਕੁਆ ਭੀਮ ਚੰਦ ਦੇ ਮੂੰਹੋਂ ਹੀ ਰਹੇ ਨੇ ਕਿ ਭੀਮ ਚੰਦ ਕਹਿ ਰਿਹਾ, ਮਹਾਰਾਜ ਸਾਰਿਆਂ ਨੂੰ ਸੁੱਖ ਦਿੰਦੇ ਜੇ, ਤੁਹਾਡੇ ਵਾਸਤੇ ਵੀ ਸਭ ਥਾਂੋਂ ਸੁੱਖ ਹੀ ਹੋਣੇ ਨੇ। ਪਰ ਸੁਭਾਵਕ ਹੈ, ਪ੍ਰਕਿਰਤੀ ਦਾ ਇੱਕ ਨਿਯਮ ਵੀ ਹੈ। ਚੜ੍ਹਦੇ ਹੋਏ ਸੂਰਜ ਨੂੰ ਵੇਖ ਕੇ ਜਿੱਥੇ ਦੁਨੀਆ ਪ੍ਰਸੰਨ ਹੁੰਦੀ ਹੈ, ਚੰਮ ਗਿੱਦੜ ਤੇ ਉੱਲੂ ਪੁੱਠੇ ਟੰਗੇ ਜਾਂਦੇ ਆ, ਉੱਲੂ ਦੁਖਦਾਈ ਹੋ ਜਾਂਦੇ ਆ। ਉਹਨਾਂ ਲਈ ਉਹ ਸੂਰਜ ਦੀ ਰੋਸ਼ਨੀ, ਹੁਣ ਮੀਂਹ ਪਿਆ, ਮੀਂਹ ਦੇ ਪੈਣ ਨਾਲ ਸਾਰੀ ਬਨਸਪਤੀ ਖੇੜੇ 'ਚ ਖਿੜ ਜਾਂਦੀ, ਜਵਾਸੇ ਦਾ ਬੂਟਾ ਸੜ ਕੇ ਸਵਾਹ ਹੋ ਜਾਂਦਾ। ਤੇ ਕੁਦਰਤ ਦੇ ਨਿਯਮ ਦੇ ਮੁਤਾਬਕ ਸੁਭਾਵਕ ਹੈ ਕਈ ਲੋਕਾਂ ਵਾਸਤੇ ਗੁਰੂ ਸਾਹਿਬ ਜੀ ਦਾ ਜਿਹੜਾ ਪ੍ਰਤਾਪ ਸੀ, ਮਹਾਰਾਜ ਜੀ ਦਾ ਜਿਹੜਾ ਜਾਹੋ ਜਲਾਲ ਸੀ, ਉਹਨਾਂ ਨੂੰ ਬਰਦਾਸ਼ਤ ਨਹੀਂ ਸੀ। ਉੱਲੂਆਂ ਚਮ ਗਿੱਦੜਾਂ ਦੇ ਸਮਾਨ ਲੋਕ ਵੀ ਸਨ। ਹਾਂਜੀ। ਕਹਿਲੂਰ ਦੇਸ਼ ਜੋ ਵਿਸ਼ੇਸ਼ ਹੈ ਅਸ਼ੇਸ਼ ਲਖੋ। ਕਹਿਣ ਲੱਗਾ ਜੀ ਇਹ ਕਹਿਲੂਰ ਰਿਆਸਤ ਜਿੰਨਾ ਵੀ ਇਹ ਅਸ਼ੇਸ਼ ਦੇਸ਼ ਹੈ, ਆਪਨੋ ਪਛਾਨ ਕਹਿ ਹਮੇਸ਼ ਸੁਧ ਲੇਤੋ। ਮਹਾਰਾਜ ਇਹ ਸਮਝੋ ਵੀ ਤੁਹਾਡਾ ਆਪਣਾ ਹੈ ਔਰ ਤੁਸੀਂ ਸਾਰਿਆਂ ਦੀ ਸੁਧ ਸਾਰ ਤੁਸੀਂ ਲੈਣੀ। ਮੈਂ ਤਾਂ ਸਿਰਫ ਨਾਂ ਦਾ ਰਾਜਾ, ਸਾਰਿਆਂ ਦੀ ਸਾਰ ਸੰਭਾਲ ਮਹਾਰਾਜ ਜੀ ਤੁਸੀਂ ਕਰਨੀ ਹੈ। ਇਹ ਸਾਰਾ ਕਹਿਲੂਰ ਰਿਆਸਤ ਦਾ ਦੇਸ਼ ਤੁਹਾਡਾ ਹੈ, ਇਹਨਾਂ ਸਾਰੇ ਲੋਕਾਂ ਦੀ ਸੁਧ ਸਾਰ ਤੁਸੀਂ ਲੈਣੀ ਹੈ। ਅੰਤਰੋ ਨ ਕਰੇ ਹਮ ਸਦਾ ਅਨੁਸਰੈ ਹੋਏ। ਮਹਾਰਾਜ ਮੈਂ ਕਦੇ ਆਪਣੇ ਮਨ 'ਚ ਤੁਹਾਡੇ ਪ੍ਰਤੀ ਅੰਤਰਾ ਨਹੀਂ ਰੱਖਾਂਗਾ, ਫਰਕ ਨਹੀਂ ਰੱਖਾਂਗਾ, ਔਰ ਸਦਾ ਯਤਨ ਕਰਾਂਗਾ ਤੁਹਾਡੇ ਅਨੁਸਾਰ ਹੀ ਚੱਲਾਂ। ਸੇਵਾ ਕੋ ਸਨੇਹ ਧਰੇ ਕੋਏ ਨ ਪੁੰਨ ਪੇਤੋ। ਔਰ ਮਹਾਰਾਜ ਮੈਂ ਸੇਵਾ ਦਾ ਭਾਵ ਆਪਣੇ ਹਿਰਦੇ 'ਚ ਤੁਹਾਡੇ ਪ੍ਰਤੀ ਰੱਖਾਂਗਾ, ਭਿੰਨ ਭੇਤ ਤਿਆਗਾਂਗਾ। ਸੁਨ ਮੁਸਕਾਨੇ ਪ੍ਰਭ ਬੋਰੋ ਬਖਾਨੇ ਬੈਨ। ਜਦੋਂ ਭੀਮ ਚੰਦ ਨੇ ਇਸ ਤਰ੍ਹਾਂ ਬੇਨਤੀ ਕੀਤੀ, ਸੁਣ ਕੇ ਕਲਗੀਧਰ ਜੀ ਮੁਸਕਰਾਏ ਤੇ ਬੋਲੇ, ਪੂਰਬ ਖੁਟਾਈ ਕੈ ਨਿਕਾਈ ਤੁਮ ਠਾਨ ਤੇ। ਮਹਾਰਾਜ ਜੀ ਕਹਿੰਦੇ ਰਾਜਨ ਜੀ ਗੱਲ ਏਦਾਂ, ਨਿਕਾਈ ਦਾ ਮਤਲਬ ਹੁੰਦਾ ਚੰਗਾਪਨ ਤੇ ਖੁਟਾਈ ਖੋਟਾਪਨ। ਇਹ ਪਹਿਲ ਤੁਹਾਡੇ ਵੱਲੋਂ ਹੀ ਹੁੰਦੀ ਹੈ ਰਾਜਨ ਜੀ, ਸਾਡੇ ਵੱਲੋਂ ਨਹੀਂ। ਇੱਧਰੋਂ ਤੁਹਾਡੇ ਵੱਲੋਂ ਜੇ ਚੰਗਾਪਨ ਉਤਪੰਨ ਹੋ ਕੇ ਆਉਂਦਾ ਤੇ ਇੱਧਰੋਂ ਵੀ ਚੰਗਾਪਨ ਦਿਸਦਾ।
ਜੇ ਖੋਟਾਈ ਤੁਹਾਡੇ ਹਿਰਦੇ 'ਚ ਉਤਪੰਨ ਆਉਂਦੀ ਹੈ ਤੇ ਉਹ ਤੁਹਾਡਾ ਹੀ ਆਪਣਾ ਅਕਸ਼ ਇੱਧਰੋਂ ਤੁਹਾਨੂੰ ਦਿਸਦਾ ਹੈ, ਕਿਉਂਕਿ ਇੱਥੇ ਤਾਂ ਸ਼ੀਸ਼ਾ ਇਹਨੇ ਤਾਂ ਸ਼ਕਲ ਵਿਖਾਉਣੀ ਹੈ ਤੁਹਾਨੂੰ, ਗੁਰੂ ਘਰ ਆਰਸੀ ਹੈ। ਖੋਟਿਆਈ ਤੇ ਨਿਕਿਆਈ ਯਾਨੀ ਕਿ ਚੰਗਿਆਈ ਤੇ ਖੋਟਾਪਨ ਪਹਿਲ ਤੁਹਾਡੇ ਵੱਲੋਂ ਹੀ ਹੁੰਦੀ ਹੈ। ਮਹਾਰਾਜ ਜੀ ਹੱਸਦਿਆਂ ਹੱਸਦਿਆਂ ਬੋਲੇ, ਗੱਲ ਵੀ ਕਹਿ ਦਿੱਤੀ, ਬਸ ਹਾਸ ਰਸ ਦੇ ਵਿੱਚ ਕਹਿ ਦਿੱਤਾ ਵੀ ਇਹ ਪਹਿਲ ਤੁਹਾਡੇ ਵੱਲੋਂ ਹੀ ਹੁੰਦੀ ਹੈ। ਰਸ ਕੈ ਬੇਰਸ ਕਰੋ, ਖੇਦ ਕੈ ਹਰਸ਼ ਤਰੋ। ਰਸ ਰੱਖੋ, ਬੇਰਸ ਰੱਖੋ, ਖੇਦ ਦੀ ਬਿਰਤੀ ਰੱਖੋ, ਹਰਖ ਦੀ ਬਿਰਤੀ ਰੱਖੋ। ਆਨ ਕੈ ਸਮੀਪ ਰਹੋ, ਤਥਾ ਹਮ ਮਾਨਤੇ। ਤੇ ਜਿਵੇਂ ਤੁਸੀਂ ਆਨ ਕੇ ਸਾਡੇ ਸਮੀਪ ਰਹੋਗੇ, ਜਿਵੇਂ ਰਹੋਗੇ ਉਦਾਂ ਹੀ ਅਸੀਂ ਮਾਣਾਂਗੇ, ਅਸੀਂ ਭਾਵ ਉਦਾਂ ਹੀ ਨਜ਼ਰ ਆਵਾਂਗੇ। ਚਾਹੋਂ ਦਿਸ਼ ਸੰਗਤਾਂ ਕੀ ਪੰਗਤਾਂ ਜੋ ਆਵੈ ਇਤ। ਇੱਕ ਗੱਲ ਹੋਰ ਗੁਰਦੇਵ ਨੇ ਸਪਸ਼ਟ ਕੀਤੀ ਹੈ, ਕਿਉਂਕਿ ਆਉਂਦੀ ਹੋਈ ਸੰਗਤ ਨੂੰ ਰਸਤੇ ਵਿੱਚ ਇਹ ਜਿਹੜੇ ਪਹਾੜੀਏ ਸੀ ਤੰਗ ਕਰਦੇ ਸੀ। ਅੱਗੇ ਕਥਾ ਆਉਣੀ ਹੈ ਹੋਰ। ਮਹਾਰਾਜ ਜੀ ਕਹਿੰਦੇ ਚਾਰਾਂ ਦਿਸ਼ਾਵਾਂ ਤੋਂ ਸਾਡੀਆਂ ਸੰਗਤਾਂ ਦੀਆਂ ਬੇਅੰਤ ਪੰਗਤਾਂ, ਲਾਰਾਂ ਦੀਆਂ ਲਾਰਾਂ, ਯਾਨੀ ਕਿ ਸਮੁਦਾਇਆਂ ਦੇ ਸਮੁਦਾਇ ਚੱਲ ਕੇ ਆਉਂਦੇ ਨੇ। ਅਨੇਕ ਪ੍ਰਕਾਰ ਕੀ ਅਕੋਰਨ ਕੋ ਆਨ ਤੇ। ਉਹ ਜਿਹੜੇ ਸਮੂਹਾਂ ਦੇ ਸਮੂਹ ਸਿੱਖਾਂ ਦੀ ਸੰਗਤ ਚੱਲ ਕੇ ਆਉਂਦੀ ਹੈ, ਉਹ ਅਨੇਕਾਂ ਪ੍ਰਕਾਰ ਦੀਆਂ ਭਟਾਵਾਂ, ਅਨੇਕਾਂ ਪ੍ਰਕਾਰ ਦੀਆਂ ਆਪਣੇ ਮਨ ਦੀਆਂ ਭਾਵਨਾਵਾਂ ਸਹਿਤ ਭਟਾਵਾਂ ਲੈ ਕੇ ਆਉਂਦੀਆਂ ਨੇ। ਅਬ ਤੇ ਨ ਤਿੰਨ ਕੋ ਬਿਖਾਦ ਕੋ ਕਰੇ ਕਿਮ। ਮਹਾਰਾਜ ਜੀ ਕਹਿੰਦੇ ਵੀ ਤੇਰੇ ਜਿਹੜੇ ਪਹਾੜੀ ਰਾਜੇ, ਤੇਰੀਆਂ ਜਿਹੜੀਆਂ ਫੌਜਾਂ ਨੇ ਜਾਂ ਇਹ ਪਿੰਡਾਂ ਦੇ ਰੰਗੜ ਵਗੈਰਾ ਇਕੱਠੇ ਕੀਤੇ ਹੋਏ ਨੇ ਤੇਰੇ ਕੋਲ, ਇਹ ਸਾਡੀ ਸੰਗਤ ਨੂੰ ਪਰੇਸ਼ਾਨ ਕਰਦੇ ਆ, ਫਿਰ ਸਾਨੂੰ ਉਹਨਾਂ ਨੂੰ ਦੰਡ ਦੇਣਾ ਪੈਂਦਾ। ਸਾਡੇ ਵੱਲੋਂ ਪਹਿਲ ਨਹੀਂ ਹੋਵੇਗੀ, ਪਰ ਤੂੰ ਨਾ ਸਾਰਿਆਂ ਨੂੰ ਸੁਚੇਤ ਕਰ ਦੇ। ਅਸੀਂ ਵੀ ਆਪਣੀ ਫੌਜ ਨੂੰ ਕਹਿ ਦਿੰਦੇ ਹਾਂ, ਪਰ ਤੂੰ ਵੀ ਆਪਣੇ ਬੰਦਿਆਂ ਨੂੰ ਕਹਿ ਦੇ ਵੀ ਸਾਡੀ ਜਿਹੜੀ ਸੰਗਤ ਆਉਂਦੀ ਹੈ, ਸਾਡੇ ਕੋਲ ਤਾਂ ਚਾਰਾਂ ਦਿਸ਼ਾਵਾਂ ਤੋਂ ਸਿੱਖ ਆਉਂਦੇ ਨੇ ਭਟਾਵਾਂ, ਇਹ ਰਸਤੇ 'ਚ ਉਹਨਾਂ ਨੂੰ ਤੰਗ ਕਰਦੇ ਨੇ, ਮਾਰਦੇ ਨੇ, ਜਾਂ ਉਹਨਾਂ ਕੋਲੋਂ ਕਈ ਵਾਰੀ ਭਟਾਵਾਂ ਖੋਹ ਲੈਂਦੇ ਨੇ। ਇਹ ਹੁਣ ਤੇਰੀ ਜ਼ਿੰਮੇਵਾਰੀ ਹੈ ਕਿ ਉਹਨਾਂ ਨੂੰ ਤੂੰ ਰੋਕ ਦੇ, ਕਿਉਂਕਿ ਜੇ ਅਸੀਂ ਰੋਕਾਂਗੇ, ਤੈਨੂੰ ਪਤਾ ਫਿਰ ਸਾਡੀਆਂ ਫੌਜਾਂ ਰੋਕਣਗੀਆਂ ਤੇ ਫਿਰ ਫੌਜ ਨੂੰ ਫੌਜ ਰੋਕਣ ਜਾਵੇ ਤਾਂ ਫਿਰ ਹੋਰ ਹਿਸਾਬ ਕਿਤਾਬ ਹੋ ਜਾਂਦਾ। ਇਸ ਕਰਕੇ ਤੁਸੀਂ ਆਪ ਹੀ ਹੁਣ ਇਹਨਾਂ ਨੂੰ ਰੋਕ ਲੈਣਾ, ਇਹ ਸੋਚ ਕੇ ਵੇਖ ਲੈਣਾ। ਸੁਖ ਸੌਂਦਰਸ ਕਰ ਤਮਨ ਪਿਆਨ ਤੇ। ਸਾਡੀ ਉਹ ਸੰਗਤ ਇੱਥੇ ਕੋਈ ਜਗ੍ਹਾ ਮੱਲਣ ਨਹੀਂ ਆਉਂਦੀ, ਉਹ ਸੁੱਖ ਨਾਲ ਸਾਡੇ ਦਰਸ਼ਨ ਕਰਦੀ ਹੈ, ਔਰ ਦਰਸ਼ਨ ਕਰਕੇ ਉਹ ਸਾਰੀ ਸੰਗਤ ਆਪੋ ਆਪਣੇ ਘਰਾਂ ਨੂੰ ਟੁਰਦੀ ਹੈ। ਦਹਿ ਖੇਦ ਜੋਏ ਤਾਤ ਕਾਲ ਫਲ ਲਹਿ ਸੋਏ। ਇੱਕ ਗੱਲ ਸੁਣ ਕੇ ਰੱਖੀ ਰਾਜਾ ਭੀਮ ਚੰਦ, ਤੈਨੂੰ ਸੁਚੇਤ ਕਰਕੇ ਕਹਿ ਦਿੰਨੇ ਆ, ਇਹ ਕੋਈ ਤੈਨੂੰ ਕਿਸੇ ਪ੍ਰਕਾਰ ਦੀ ਸਾਡੀ ਧਮਕੀ ਨਹੀਂ ਹੈ, ਇੱਕ ਸੱਚ ਹੈ ਜੋ ਤੈਨੂੰ ਦੱਸਣ ਲੱਗੇ ਆ। ਸਾਡੀ ਸੰਗਤ ਦੀ ਵਾਹ ਵੱਲ ਵੀ ਜੇ ਕਿਸੇ ਨੇ ਵੇਖਿਆ ਨਾ ਤੇਰੀ ਫੌਜ ਵਿੱਚੋਂ, ਜਾਂ ਤੇਰੇ ਆ ਪਿੰਡਾਂ ਦੇ ਜਿਹੜੇ ਲੋਕ ਨੇ ਤੇਰੇ ਅਧੀਨ, ਤੇ ਜੇ ਉਹਨਾਂ ਨੇ ਵਾਹ ਵੱਲ ਵੀ ਵੇਖਿਆ ਸਾਡੀ ਸੰਗਤ ਵੱਲ, ਉਹਨਾਂ ਦੀ ਵਾਹ ਵੱਲ ਵੀ ਤੱਕਿਆ, ਤੇ ਤਾਤਕਾਲ ਫਲ ਮਿਲੇਗਾ ਉਹਨਾਂ ਨੂੰ ਉਸੇ ਵੇਲੇ, ਨਾਲੋਂ ਨਾਲ। ਉਧਾਰ ਨਹੀਂ ਰੱਖਣਾ, ਪੈਂਡਿੰਗ ਨਹੀਂ ਰੱਖਣਾ ਮਸਲਾ, ਨਾਲੋਂ ਨਾਲ। ਇਹ ਨਹੀਂ ਵੀ ਜਾ ਕੇ ਅਸੀਂ ਪਹਿਲਾਂ ਤੇਰੇ ਕੋਲ ਮੋਰਚਾ ਲਾਵਾਂਗੇ ਤੇ ਜਿੰਦਾਬਾਦ ਜਾਂ ਮੁਰਦਾਬਾਦ ਦੇ ਨਾਰੇ ਲਾਵਾਂਗੇ। ਆਹ ਕੰਮ ਨਹੀਂ ਜੇ ਸਾਡਾ ਮੋਰਚੇ ਮਾਰਚੇ ਜੇ ਲਾਉਣੇ, ਜਿੰਦਾਬਾਦ ਤੇ ਮੁਰਦਾਬਾਦ ਕਰਨ ਦੇ। ਅਸੀਂ ਤਾਂ ਤਾਤਕਾਲ ਉਸੇ ਵੇਲੇ ਸ਼ਸਤਰ ਨਾਲ ਜਾ ਕੇ ਫੈਸਲਾ ਕਰਨਾ, ਉਸੇ ਵੇਲੇ ਨਾਲੋਂ ਨਾਲ। ਹਾਂਜੀ, ਬਿਲਮ ਨਾ ਹਮਰੇ ਤਨਕ ਪਰ ਜਾਨੀਏ। ਹਾਂ, ਸਾਡੇ ਵੱਲੋਂ ਫਿਰ ਕੋਈ ਦੇਰੀ ਨਹੀਂ ਹੋਣੀ। ਇਸ ਕਰਕੇ ਇਹ ਤੇਰਾ ਫਰਜ਼ ਬਣਦਾ ਹੈ ਕਿ ਤੂੰ ਆਪਣੇ ਇਹਨਾਂ ਬੰਦਿਆਂ ਤੇ ਜਿਹੜੇ ਤੈਨੂੰ ਜਾ ਕੇ ਉਂਗਲਾਂ ਲਾਉਂਦੇ ਨੇ, ਇਹਨਾਂ ਨੂੰ ਸੁਚੇਤ ਕਰਕੇ ਰੱਖੀ, ਇਹਨਾਂ ਨੂੰ ਸਾਵਧਾਨ ਕਰਕੇ ਰੱਖੀ, ਕਿਉਂਕਿ ਸਾਡੀ ਸੰਗਤ ਸਾਨੂੰ ਸਾਡੇ ਜਾਨ ਨਾਲੋਂ, ਪ੍ਰਾਣਾਂ ਨਾਲੋਂ ਵੀ ਪਿਆਰੀ ਹੈ। ਖਾਲਸਾ ਮੇਰੀ ਜਾਨ ਕੀ ਜਾਨ। ਤੇ ਮਜਾਲ ਹੈ ਜੇ ਕੋਈ ਕਿਸੇ ਨੇ ਵੇਖ ਵੀ ਲਿਆ ਮੇਰੀ ਸੰਗਤ ਦੀ ਬਾਹ ਵੱਲ। ਮਹਾਰਾਜ ਆਪਣੇ ਸਿੱਖਾਂ ਨਾਲ, ਸੰਗਤ ਨਾਲ ਪਿਆਰ ਇੰਨਾ ਕਰਦੇ ਆ, ਉਹ ਪਿਆਰ ਪ੍ਰਗਟ ਹੋ ਰਿਹਾ ਸਤਿਗੁਰਾਂ ਦੇ ਹਿਰਦੇ 'ਚੋਂ ਭੀਮ ਚੰਦ ਦੇ ਸਾਹਮਣੇ, ਵੀ ਤੇਰੇ ਬੰਦੇ ਜਿਹੜੇ ਨੇ ਪਹਾੜੀ ਲੋਕ, ਉਹਨਾਂ ਨੂੰ ਤੰਗ ਕਰਦੇ, ਆਉਂਦੇ ਜਾਂਦਿਆਂ ਨੂੰ ਪਰੇਸ਼ਾਨ ਕਰਦੇ ਆ, ਤੇ ਅਸੀਂ ਨਾਲੋਂ ਨਾਲ ਫੈਸਲਾ ਕਰਾਂਗੇ, ਨਾਲੋਂ ਨਾਲ ਉਹਨਾਂ ਨੂੰ ਫਲ ਦੇਵਾਂਗੇ। ਪੂਰਬ ਬਿਗਾਰੋ ਹੇਰੋ ਜੰਗ ਕੋ ਅਖਾਰੋ ਤਬ। ਜੇ ਪਹਿਲੋਂ ਵਿਗਾੜੋਗੇ
ਤਾਂ ਦੇਖੋਗੇ ਜੰਗ ਦਾ ਅਖਾੜਾ ਰਾਜਾ ਭੀਮ ਚੰਦ ਜੋ ਫਿਰ ਤੁਹਾਨੂੰ ਵੇਖਣਾ ਹੀ ਪਵੇਗਾ। ਹਾਂ, ਇਹ ਯਾਦ ਰੱਖਿਓ। ਹਾਂਜੀ, ਨਾਏ ਤੋਂ ਹਮਾਰੋ ਉਹ ਤੋਂ ਮਾਰੋ ਰਸ ਸਾਨੀਏ। ਤੇ ਜੇ ਤੁਹਾਡੇ ਵੱਲੋਂ ਵਿਗਾੜ ਨਹੀਂ ਹੈ ਤੇ ਸਾਡੇ ਵੱਲੋਂ ਵਿਗਾੜ ਨਹੀਂ ਹੋਵੇਗਾ। ਜੇ ਤੁਹਾਡੇ ਵੱਲੋਂ ਪ੍ਰੇਮ ਬਣਿਆ ਰਹੇਗਾ ਤੇ ਜਿੰਨਾ ਪ੍ਰੇਮ ਕਰੋਗੇ ਭੀਮ ਚੰਦ ਜੀ, ਉਹਦੇ ਨਾਲੋਂ ਕਈ ਗੁਣਾ ਵੱਧ ਪ੍ਰੇਮ ਸਾਡੇ ਵੱਲੋਂ ਤੁਹਾਨੂੰ ਪ੍ਰਾਪਤ ਹੋਵੇਗਾ। ਇਹ ਗੁਰੂ ਨਾਨਕ ਦੇ ਘਰ ਦਾ ਸਿਧਾਂਤ ਹੈ। ਕੋਈ ਇੱਕ ਕਦਮ ਪੁੱਟ ਕੇ ਪ੍ਰੇਮ ਸਹਿਤ ਆਉਂਦਾ, ਕਰੋੜਾਂ ਕਦਮ ਪੁੱਟ ਕੇ ਉਹਨੂੰ ਅੱਗੇ ਲੈਣ ਲਈ ਜਾਇਆ। ਚਰਨ ਸ਼ਰਨ ਗੋਰੇ ਏਕ ਪੈਂਡਾ ਜਾਏ ਚੱਲ, ਸਤਿਗੁਰ ਕੋਟ ਪੈਂਡਾ ਆਗੇ ਹੋਏ ਲੇਤ ਹੈ। ਹਾਂਜੀ, ਛੀਮਾ ਬਲ ਪਰ ਗੁਰ ਬੈਨ ਸ਼੍ਰੋਨ ਤਰੇ ਨ੍ਰਿਪ। ਮਹਾਰਾਜ ਜੀ ਦੇ ਬੋਲਾਂ ਵਿੱਚ ਛਿਮਾ ਵੀ ਸੀ, ਮਹਾਰਾਜ ਜੀ ਦੇ ਬੋਲਾਂ ਦੇ ਵਿੱਚ ਬਲ ਵੀ ਸੀ। ਮਤਾ ਕਿਤੇ ਭੀਮ ਚੰਦ ਇਹ ਸੋਚ ਲਏ ਵੀ ਇਹ ਡਰ ਕੇ ਕੋਈ ਫੈਸਲਾ ਲੈ ਰਹੇ ਨੇ, ਡਰ ਕੇ ਸੰਧੀ, ਕਿਉਂਕਿ ਜਦੋਂ ਸੰਧੀ ਹੁੰਦੀ ਹੈ, ਜਿਹਨੂੰ ਇਹ ਰਾਜੀਨਾਮਾ ਅੱਜ ਦੇ ਸ਼ਬਦਾਂ 'ਚ ਕਹਿ ਦਿੰਦੇ ਆ, ਤੇ ਉਹਦੇ ਵਿੱਚ ਫਿਰ ਇਹ ਗੱਲਾਂ ਹੁੰਦੀਆਂ ਨੇ। ਤੋ ਮਹਾਰਾਜ ਜੀ ਕਹਿਣ ਲੱਗੇ, ਇਹਨੇ ਸੁਣੇ ਸਾਰੇ ਬੋਲ, ਛਿਮਾ ਵਾਲੇ ਵੀ ਔਰ ਬਲ ਭਰੇ ਵੀ। ਬੋਲਿਓ ਪ੍ਰੇਮ ਪਾਰੇ ਹਮੇ ਦਾਸ ਪਹਿਚਾਨੀਏ। ਪ੍ਰੇਮ ਨਾਲ ਬੋਲਿਆ ਭੀਮ ਚੰਦ, ਕਹਿੰਦਾ ਮਹਾਰਾਜ ਅਸੀਂ ਤੁਹਾਡੇ ਦਾਸ ਹਾਂ। ਕਹਿਲੂਰ ਦੇਸ਼ ਕੋ ਹਮੇਸ਼ ਨਿਜ ਧਾਮ ਲਖ। ਇਹ ਕਹਿਲੂਰ ਰਿਆਤ ਸਾਰੀ ਤੁਹਾਡਾ ਦੇਸ਼ ਹੈ, ਇਹਨੂੰ ਹਮੇਸ਼ਾ ਆਪਣਾ ਘਰ ਜਾਣੋ। ਕੀਜੈ ਪ੍ਰਤ ਪਾਰ ਸੁਧ ਲੀਜੇ ਸੁਖ ਸਾਨੀਏ। ਇਹਨਾਂ ਸਾਰਿਆਂ ਦੀ ਪ੍ਰਤਪਾਲਣਾ ਕਰੋ ਤੇ ਸਾਰਿਆਂ ਦੀ ਸੁਧ ਲਓ ਤੇ ਸਭ ਨੂੰ ਸੁਖ ਬਖਸ਼ੋ। ਗਰੀਬ ਨਵਾਜ ਪਾਤਸ਼ਾਹ ਜੀ ਰਾਜੇ ਭੀਮ ਚੰਦ ਨੂੰ ਸਿਰੇ ਪਾਓ ਦੇ ਕੇ ਆਪਣੇ ਕੋਲੋਂ ਵਿਦਾ ਕਰ ਰਹੇ ਨੇ। ਇਹ ਮੁਲਾਕਾਤ ਹੋਈ ਹੈ, ਸੁਭਾਵਕ ਹੈ। ਜੈਸੇ ਤੂਫਾਨ ਤੋਂ ਬਾਅਦ ਹਮੇਸ਼ਾ ਸ਼ਾਂਤੀ ਆਉਂਦੀ ਹੈ, ਜੰਗ ਤੋਂ ਬਾਅਦ ਫਿਰ ਸੰਧੀਆਂ ਹੁੰਦੀਆਂ ਨੇ। ਜੰਗ ਹੁੰਦਾ ਪਹਿਲਾਂ, ਜੰਗ ਤੋਂ ਬਾਅਦ ਫਿਰ ਸੰਧੀ ਹੁੰਦੀ ਹੈ। ਇਹ ਸੁਭਾਵਕ ਨੇਮ ਹੈ, ਨਿਯਮ ਹੈ। ਸੋ ਸਤਿਗੁਰੂ ਕਲਗੀਧਰ ਪਾਤਸ਼ਾਹ ਦਾ ਪਵਿੱਤਰ ਇਤਿਹਾਸ ਹੈ। ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ 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 ਵਾਹਿਗੁਰੂ